ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸਿਕ। ਹਰ ਗੋਬਿੰਦ ਸੁਭ ਸੁਮਤਿ ਪ੍ਰਕਾਸ਼ਿਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ ਵੰਦਹੁ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਕੀਰਤ ਕਰੋ ਸੁਨੋ ਅਗਜੈ ਹੈ ਬਸੈ ਨਾਮ ਉਰ ਮੁਕਤੀ ਹੈ। ਜੇ ਤਿਕ ਸੇਵਾ ਹੋਇ ਕਰ ਗੁਰ ਕੀ ਕਰੋ ਕਾਮਨਾ ਪੂਰਨ ਉਰ ਕੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਆਓ ਸਤਿਗੁਰੂ ਜੀ ਕੀ ਰਹਿਮਤ ਦੇ ਨਾਲ ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਵਿੱਤਰ ਸਥਾਨਾਂ ਤੇ ਜੋ ਆਪ ਸੰਗਤ ਨਿਤਾ ਪ੍ਰਤ ਸਰਵਣ ਕਰਦੇ ਹੋ, ਚਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰਨੀ ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਕਿ ਪਟਨਾ ਸਾਹਿਬ ਦੀ ਧਰਤੀ ਤੋਂ ਵਾਪਸ ਪੰਜਾਬ ਦੇਸ਼ ਵੱਲ ਆ ਰਹੇ ਹਨ। ਪਰਿਵਾਰ ਅਜੇ ਉਸੇ ਸਥਾਨ ਤੇ ਹੀ ਮਹਾਰਾਜ ਨੇ ਟਿਕਣ ਦੇ ਲਈ ਹੁਕਮ ਕੀਤਾ ਹੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਆਰੀ ਕਰਵਾਈ, ਪ੍ਰਥਮ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਲਾਲ ਗੋਬਿੰਦ ਰਾਏ ਜੀ, ਸਭ ਨੂੰ ਦਿਲਾਸਾ ਦੇ ਕਰਕੇ ਵਾਪਸ ਪੰਜਾਬ ਦੇਸ਼ ਪਰਤਣ ਲੱਗੇ ਹਨ। ਲਾਲ ਗੋਬਿੰਦ ਰਾਏ ਜੀ ਹਜ਼ੂਰੀ ਵਿੱਚ ਆਏ ਤੇ ਪਿਤਾ ਜੀ ਦੇ ਨਾਲ ਬਚਨ ਕੀਤੇ ਵੀ ਕਿੰਨੇ ਕੁ ਸਮੇਂ ਤੱਕ ਆਪ ਜੀ ਸਾਨੂੰ ਇੱਥੋਂ ਬੁਲਾਓਗੇ।
ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਰੁੱਠ ਕੇ ਉਹ ਸਾਰੀ ਬਖਸ਼ਿਸ਼ ਕੀਤੀ। ਨਾਲ ਹੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਲਈ ਕੀ ਹੁਕਮ ਹੈ। ਮਹਾਰਾਜ ਜੀ ਨੇ ਤਰੁੱਠ ਕਰਕੇ ਕਿਹਾ ਵੀ ਜਿਹੜੇ ਸਾਡੇ ਲਾਲ ਗੋਬਿੰਦ ਰਾਏ ਜੀ ਹਨ ਉਹ ਸਾਡਾ ਹੀ ਸਰੂਪ ਹਨ। ਅੱਗੇ ਤੋਂ ਆਪ ਜੀ ਨੇ ਜੋ ਵੀ ਬਖਸ਼ਿਸ਼ ਲੈਣੀ ਹੈ ਇਹਨਾਂ ਦੇ ਚਰਨਾਂ ਦਾ ਧਿਆਨ ਧਰਿਓ। ਸਾਨੂੰ ਯਾਦ ਕਰਕੇ ਗੁਰੂ ਘਰ ਦੀ ਸੇਵਾ ਅੰਦਰ ਲੱਗੇ ਰਹੋ। ਮਹਾਰਾਜ ਜੀ ਐਸੀ ਬਖਸ਼ਿਸ਼ ਕਰਨਗੇ ਕਿ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਹੋਣਗੀਆਂ। ਸੋ ਇਸ ਵੇਲੇ ਸਾਰਾ ਕੁਝ ਕਰਨ ਉਪਰੰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਾਪਸ ਇਸ ਪੰਜਾਬ ਦੇਸ਼ ਵੱਲ ਨੂੰ ਚਾਲੇ ਪਾਉਣ ਦੀ ਤਿਆਰੀ ਕਰਦੇ ਹਨ। ਜਿਵੇਂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ, ਕੀਰਤ ਕਰੋ ਸੁਨੋ ਉਗਜੈ ਹੈ, ਬਸੈ ਨਾਮ ਗੁਰਮੁਖਤੀ ਪੈ ਹੈ। ਕਿ ਜਿਵੇਂ ਪਹਿਲਾਂ ਤੁਸੀਂ ਸਾਨੂੰ ਯਾਦ ਕਰਦੇ ਸੀ, ਗੁਰੂ ਦੀ ਕੀਰਤ ਕਰਦੇ ਸੀ, ਬਾਣੀ ਪੜ੍ਹਦੇ ਸੀ, ਉਸੇ ਤਰ੍ਹਾਂ ਹੁਣ ਲਾਲ ਗੋਬਿੰਦ ਰਾਏ ਜੀ ਨੇ ਉਮਰ ਕਰਕੇ ਭਾਵੇਂ ਅਜੇ ਬਹੁਤ ਛੋਟੇ ਨੇ, ਲੇਕਿਨ ਪੂਰਨ ਬਖਸ਼ਿਸ਼ ਦੇ ਮਾਲਕ ਨੇ। ਇਹਨਾਂ ਦੀ ਕੀਰਤੀ ਕਰਿਓ, ਇਹਨਾਂ ਦੀ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕਰਿਓ। ਜੇਤਿਕ ਸੇਵਾ ਹੋਏ ਕਰ ਕਰ ਕੀ ਕਰੋ ਕਾਮਨਾ ਪੂਰਨ ਉਰ ਕੀ। ਜਿੰਨੀ ਵੀ ਸੇਵਾ ਤੁਸੀਂ ਗੁਰੂ ਘਰ ਦੀ ਕਰ ਸਕੋ ਵੱਧ ਕੇ ਕਰਨੀ ਹੈ, ਕਿਉਂਕਿ ਗੁਰੂ ਘਰ ਦੀ ਸੇਵਾ ਕਰਨ ਦੇ ਨਾਲ ਸਾਡੀਆਂ ਜਿਹੜੀਆਂ ਮਨ ਦੀਆਂ ਕਾਮਨਾਵਾਂ ਹਨ, ਭਾਵਨਾਵਾਂ ਹਨ, ਇਹ ਸਭ ਪੂਰਨ ਹੁੰਦੀਆਂ ਹਨ। ਸੁਨ ਮਸੰਦ ਉਤ ਸੰਗਤ ਸਾਰੀ। ਸਤਿਗੁਰੂ ਜੀ ਕੇ ਬਚਨ ਜਿਸ ਵਕਤ ਮਹਾਰਾਜ ਦੀਵਾਨ ਅੰਦਰ ਬੈਠ ਕਰਕੇ ਕਰ ਰਹੇ ਸਨ, ਸਾਰੀ ਸੰਗਤ ਵੀ ਸੁਣ ਰਹੀ ਸੀ ਤੇ ਮੁਖੀ ਮਸੰਦ ਜਿਹੜੇ ਹਨ ਉਹਨਾਂ ਨੇ ਵੀ ਸੁਣੇ ਹਨ। ਬਿਨਤੀ ਸਹਿਤ ਸਨੇਹ ਉਚਾਰੀ। ਫਿਰ ਬੜੇ ਹੀ ਪ੍ਰੇਮ ਨਾਲ ਪਿਆਰ ਦੇ ਨਾਲ ਸਤਿਗੁਰੂ ਜੀ ਕੇ ਚਰਨਾਂ ਦੇ ਪਾਸ ਇੱਕ ਹੋਰ ਬੇਨਤੀ ਜਿਹੜੀ ਹੈ ਉਹ ਕੀਤੀ ਹੈ ਜੀ। ਪੂਰਬ ਤੁਮ ਪੂਰਬ ਦਿਸ ਗਏ। ਮੁਖੀ ਮਸੰਦ ਤੇ ਸੰਗਤ ਮਿਲ ਕਰਕੇ ਕਹਿਣ ਲੱਗੇ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਤੋਂ ਪਹਿਲਾਂ ਤੁਸੀਂ ਪੂਰਬ ਦੇਸ਼ ਵੱਲ ਨੂੰ ਗਏ ਸੀ। ਸਗਰੇ ਸਿੱਖ ਪ੍ਰਤੀਖਤ ਭਏ। ਪਰੰਤੂ ਜਿਸ ਵਕਤ ਆਪ ਪੂਰਬ ਦੇਸ਼ ਨੂੰ ਗਏ ਸੀ, ਬਹੁਤ ਸਮੇਂ ਬਾਅਦ ਵਾਪਸ ਮੁੜ ਕੇ ਇੱਥੇ ਪਟਨੇ ਪਹੁੰਚੇ ਹੋ। ਤੇ ਜਿੰਨਾ ਸਮਾਂ ਆਪ ਪੂਰਬ ਦੇਸ਼ ਅੰਦਰ ਵਿਚਰੇ ਹੋ, ਪਿੱਛੇ ਸਾਰੀ ਸੰਗਤ ਸਾਰੇ ਸਿੱਖ ਆਪ ਜੀ ਦੀ ਬਹੁਤ ਪ੍ਰਤੀਖਿਆ ਕਰਦੇ ਰਹੇ ਹਨ। ਚਿਰੰ ਕਾਲ ਤੁਮ ਤਹਾਂ ਬਿਤਾਇਓ। ਕਿਹਾ ਤਾਂ ਸੀ ਆਪ ਜੀ ਨੇ ਕਿ ਅਸੀਂ ਜਲਦੀ ਪਰਤਾਵਾਂਗੇ, ਪਰੰਤੂ ਸਮਾਂ ਬਹੁਤ ਲੰਬੇਰਾ ਲੱਗ ਗਿਆ। ਬਹੁਤ ਸਮਾਂ ਆਪ ਜੀਆਂ ਨੇ ਉਸ ਦੇਸ਼ ਵਿੱਚ ਬਿਤਾਇਆ ਹੈ ਜੀ। ਬਿਸ਼ਨ ਸਿੰਘ ਕਾ ਰਜ ਸੁਫਲਾਇਓ। ਤੇ ਇਹ ਵੀ ਸੰਗਤ ਨੂੰ ਪਤਾ ਲੱਗਾ ਹੈ ਕਿ ਆਪ ਜੀ ਉਸ ਦੇਸ਼ ਵਿੱਚ ਬਹੁਤਾ ਸਮਾਂ ਕਿਉਂ ਗੁਜ਼ਾਰ ਕੇ ਆਏ ਹੋ, ਕਿਉਂਕਿ ਰਾਜਾ ਬਿਸ਼ਨ ਸਿੰਘ ਜਿਹੜਾ ਅਸਾਮ ਦੀ ਮੁਹਿੰਮ ਤੇ ਚੜ੍ਹਿਆ ਹੋਇਆ ਸੀ, ਉਸ ਦੇ ਕਾਰਜ ਨੂੰ ਸਫਲ ਕਰਨ ਦੇ ਲਈ ਉਹ ਮਹਾਰਾਜ ਜੀਆਂ ਨੂੰ ਨਾਲ ਲੈ ਕਰਕੇ ਹੀ ਗਿਆ ਸੀ। ਸੋ ਰਾਜਾ ਬਿਸ਼ਨ ਸਿੰਘ, ਰਾਜਾ ਰਾਮ ਰਾਏ ਆਦਿਕ ਇਹਨਾਂ ਦੇ ਕਾਰਜਾਂ ਨੂੰ ਸਫਲ ਕਰਨ ਦੇ ਲਈ ਆਪ ਉਸ ਦੇਸ਼ ਵੱਲ ਬਹੁਤ ਸਮਾਂ ਗੁਜ਼ਾਰ ਕਰਕੇ ਵਾਪਸ ਪਰਤੇ ਹੋ। ਥੋੜੇ ਮਾਸ ਆਨ ਅਬ ਰਹੇ। ਤੇ ਅਜੇ ਵਾਪਸ ਆਇਆਂ ਨੂੰ ਕੁਝ ਮਹੀਨੇ ਵੀ ਬਤੀਤ ਨਹੀਂ ਹੋਏ, ਕੁਝ ਸਮਾਂ ਹੀ ਹੋਇਆ ਇੱਥੇ ਵਾਪਸ ਪਟਨੇ ਸ਼ਹਿਰ ਆਪਣੇ ਗ੍ਰਹਿ ਵਿਖੇ ਪੁੱਜੇ ਹਨ। ਤੇ ਹੁਣ ਆਪ ਜੀ ਵਾਪਸ ਇੱਥੋਂ ਫਿਰ ਪੰਜਾਬ ਦੇਸ਼ ਨੂੰ ਚਾਲੇ ਪਾ ਰਹੇ ਹੋ। ਇਸ ਲਈ ਸਾਨੂੰ ਤੇ ਸੇਵਾ ਕਰਨ ਦਾ ਜਿਹੜਾ ਮੌਕਾ ਹੈ, ਸਮਾਂ ਹੈ, ਉਹ ਬਹੁਤ ਘੱਟ ਮਿਲਦਾ ਹੈ ਜੀ। ਤੂਰਨ ਜੈਬੋ ਪੁਨ ਚਿਤ ਚਹੇ। ਕਿਉਂਕਿ ਪਹਿਲੇ ਆਪ ਪੂਰਬ ਦੇਸ਼ ਗਏ, ਹੁਣ ਪੰਜਾਬ ਦੇਸ਼ ਵਾਪਸ ਪਰਤਣਾ ਹੈ ਤੇ ਬਹੁਤ ਜਲਦੀ ਕਹਿ ਰਹੇ ਹੋ। ਇਸ ਲਈ ਇਹ ਸਮਾਂ ਸਾਡੇ ਲਈ ਬਹੁਤ ਘੱਟ ਹੈ ਵੀ ਇੰਨੇ ਸਮੇਂ ਦੇ ਵਿੱਚ ਅਸੀਂ ਆਪ ਜੀ ਕੀ ਸੇਵਾ ਕਰ ਸਕੀਏ ਜੀ। ਸੰਗਤ ਨਿਤ ਪ੍ਰਤ ਦਰਸ ਤੁਹਾਰਾ। ਮੁਖੀ ਮਸੰਦ ਕਹਿ ਰਹੇ ਸਨ ਬੇਨਤੀ ਕਰਕੇ ਕਿ ਮਹਾਰਾਜ ਇੱਥੋਂ ਦੀ ਸੰਗਤ ਚਾਹੁੰਦੀ ਹੈ ਕਿ ਨਿਤਾ ਪ੍ਰਤ ਆਪ ਜੀ ਦਾ ਦੀਦਾਰ ਜਿਹੜਾ ਹੈ ਇਸੇ ਤਰ੍ਹਾਂ ਇਸ ਘਰ ਅੰਦਰ ਇਸੇ ਤਰ੍ਹਾਂ ਸਿੰਘਾਸਨ ਤੇ ਬੈਠ ਕਰਕੇ ਆਪਣੇ ਨੇਤਰਾਂ ਨਾਲ ਕਰਦੇ ਰਹੀਏ ਜੀ। ਚਾਹਤ ਪੁਰ ਮੈਂ ਬਾਸ ਉਧਾਰਾ। ਚਾਹਤ ਪੁਰ ਮੈਂ ਭਾਵ ਇਸੇ ਤਰ੍ਹਾਂ ਸੰਗਤ ਦੀ ਇੱਛਾ ਹੈ, ਚਾਹਨਾ ਹੈ ਕਿ ਆਪ ਇਸੇ ਨਗਰ ਵਿੱਚ ਪਟਨੇ ਸ਼ਹਿਰ ਵਿੱਚ ਹੀ ਲੰਬਾ ਸਮਾਂ ਟਿਕ ਕਰਕੇ ਬਤੀਤ ਕਰੋ ਜੀ। ਬੜੇ ਭਾਗ ਤਬ ਆਪਣੇ ਜਾਣੈ। ਕਿਉਂਕਿ ਜਦੋਂ ਆਪ ਇਸ ਸਥਾਨ ਤੇ ਟਿਕੋਗੇ ਤੇ ਸਾਰੀ ਸੰਗਤ ਦੂਰ ਨੇੜੇ ਦੀ ਸਿੱਖ ਆ ਕਰਕੇ ਆਪ ਜੀ ਕੀ ਸੇਵਾ ਕਰਨਗੇ। ਇਹੀ ਸਿੱਖ ਦੇ ਲਈ ਸੁਭਾਗ ਹੈ, ਵੱਡੇ ਭਾਗ ਨੇ ਵੀ ਗੁਰੂ ਦੀ ਹਜ਼ੂਰੀ ਵਿੱਚ ਰਹਿ ਕਰਕੇ ਦਰਸ਼ਨ ਪਰਸਨਾ,
ਤੇ ਮਹਾਰਾਜ ਜੀ ਕੇ ਗ੍ਰਹਿ ਵਿਖੇ ਟਿਕ ਕਰਕੇ ਗੁਰੂ ਦੀ ਸੇਵਾ ਕਰਨੀ ਜੀ। ਰਾਵਰ ਨਿਕਟ ਬਾਸ ਜਬ ਠਾਨੈ, ਮਹਾਰਾਜ ਆਪ ਜੀ ਕੀ ਹਜ਼ੂਰੀ ਵਿੱਚ ਰਹਿਣਾ ਤੇ ਸਮਝੋ ਸਵਰਗ ਦਾ ਆਨੰਦ ਹੈ। ਆਪ ਜੀ ਕੇ ਚਰਨਾਂ ਪਾ ਸੇਵਾ ਕਰਨੀ, ਪੂਰਨ ਪੁਰਖ ਦੀ ਹਜ਼ੂਰੀ ਵਿੱਚ ਟਿਕੇ ਰਹਿਣਾ, ਇਹਦੇ ਵਰਗੀ ਮੌਜ ਸੰਸਾਰ ਵਿੱਚ ਕਿਤੇ ਨਹੀਂ ਹੈ ਜੀ। ਸੁਣ ਸਤਿਗੁਰ ਸਗਰੇ ਸਮਝਾਏ, ਸਤਿਗੁਰੂ ਜੀ ਨੇ ਫਿਰ ਜਿਸ ਵਕਤ ਮੁਖੀ ਮਸੰਦ ਦੇ ਮੁਖੋਂ ਇਹ ਬੇਨਤੀ ਸੁਣੀ ਹੈ, ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ। ਸਾਰੀ ਸੰਗਤ ਨੂੰ ਇੱਕ ਵਾਰ ਫਿਰ ਆਪਣੇ ਮੁਖ ਤੋਂ ਦਿਲਾਸਾ ਦਿੱਤਾ, ਤਰਵਾਸ ਦਿੱਤਾ, ਸਮਝਾਉਣਾ ਕੀਤਾ ਹੈ। ਤਨ ਇਹ ਵਿਚਰਨ ਹਾਰ ਸਧਾਏ, ਤੇ ਮਹਾਰਾਜ ਨੇ ਕਿਹਾ ਤਾਨੇ ਵਿਚਰਨ ਹਾਰ ਸਦਾਏ। ਮਹਾਰਾਜ ਨੇ ਕਿਹਾ ਕਿ ਦੇਖੋ ਭਾਈ, ਜੇ ਤੇ ਤੁਸੀਂ ਸਾਡੇ ਤਨ ਦਾ ਦਰਸ਼ਨ ਕਰਨਾ ਹੈ ਤੇ ਇਹ ਖਤਮ ਹੋਣ ਵਾਲੀ ਵਸਤੂ ਹੈ, ਨਾਸ਼ਵੰਤ ਹੈ। ਸਦੀਵ ਕਾਲ ਦੇ ਲਈ ਤੁਸੀਂ ਇਦਾਂ ਸਾਡੇ ਤਨ ਦਾ ਦਰਸ਼ਨ ਨਹੀਂ ਕਰ ਸਕਦੇ। ਜੇ ਤੁਹਾਡੀ ਚਾਹਣਾ ਹੈ ਵੀ ਸਦੀਵ ਸਾਡੇ ਤਨ ਦਾ ਹੀ ਦਰਸ਼ਨ ਕਰਦੇ ਰਹੀਏ ਤੇ ਇਹ ਸੰਭਵ ਹੀ ਨਹੀਂ ਹੈ, ਕਿਉਂਕਿ ਇਹ ਵਿਚਰਨ ਵਾਲੀ, ਨਾਸ਼ ਹੋ ਜਾਣ ਵਾਲੀ ਵਸਤੂ ਹੈ। ਇਸ ਲਈ ਤੁਸੀਂ ਸ਼ਬਦ ਨਾਲ ਜੁੜੋ, ਬਾਣੀ ਨਾਲ ਜੁੜੋ, ਧਿਆਨ ਨਾਲ ਗੁਰੂ ਨੂੰ ਪ੍ਰਸੰਨਾ ਕਰੋ, ਤਾਂ ਜੋ ਸਦੀਵ ਕਾਲ ਦੇ ਲਈ ਤੁਹਾਨੂੰ ਸਾਡੇ ਦਰਸ਼ਨ ਹੁੰਦੇ ਰਹਿਣ ਜੀ। ਹਮ ਸਮ ਦਰਸ਼ਨ ਬਾਲਕ ਗੁਰ ਕੇ, ਤੇ ਜੇ ਸਰੀਰ ਕਰਕੇ ਸਾਡੇ ਦਰਸ਼ਨ ਪਾਉਣੇ ਹਨ ਤੇ ਫਿਰ ਸਾਡੇ ਲਾਲ ਜਿਹੜੇ ਗੋਬਿੰਦ ਰਾਏ ਜੀ ਹਨ, ਉਹ ਵੀ ਸਾਡੇ ਵਰਗੇ ਹੀ ਹਨ। ਭਾਵੇਂ ਆਰਬਲਾ ਕਰਕੇ ਅਜੇ ਛੋਟੇ ਨੇ, ਲੇਕਿਨ ਬਖਸ਼ਿਸ਼ ਕਰਕੇ ਅੰਤਰਾਤਮੇ ਤੋਂ ਪੂਰਨ ਕਿਰਪਾ ਦੇ ਮਾਲਕ ਹਨ, ਪੂਰਨ ਬਖਸ਼ਿਸ਼ ਵਾਲੇ ਪੁਰਖ ਹਨ। ਭਾਵ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਕਰੋ ਪਿਛਾਰੀ ਪ੍ਰੇਮੀ ਉਰ ਕੇ, ਤੇ ਜਿਵੇਂ ਤੁਸੀਂ ਸਾਡੇ ਨਾਲ ਪ੍ਰੇਮ ਕਰਦੇ ਸੀ ਸਾਡੇ ਜਾਣ ਤੋਂ ਉਪਰੰਤ, ਸਾਡੇ ਤੋਂ ਮਗਰੋਂ ਇਸੇ ਤਰ੍ਹਾਂ ਹੀ ਤੁਸੀਂ ਲਾਲ ਜੀਆਂ ਦੇ ਨਾਲ ਪ੍ਰੇਮ ਕਰਕੇ ਦਰਸ਼ਨ ਪਰਸਿਓ, ਤੁਹਾਡੇ ਉੱਪਰ ਉਹ ਹੀ ਬਖਸ਼ਿਸ਼ ਹੋਵੇਗੀ। ਇਤਿਆਦਿਕ ਗੁਰ ਗੋਸਾਈ, ਇਤਿਆਦਿਕ ਇਸ ਵਿਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਤਿਗੁਰੂ ਜੀਆਂ ਨੇ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਦਿਲਾਸਾ ਬਖਸ਼ਿਆ ਹੈ ਜੀ। ਭਈ ਨਿਸਾ ਸੁਖ ਤੇ ਸੁਖ ਪਾਈ, ਫਿਰ ਦੀਵਾਨਾਂ ਦੀ ਸਮਾਪਤੀ ਹੋਈ ਹੈ। ਰਾਤਰੀ ਦੇ ਦੀਵਾਨ ਸਮਾਪਤ ਹੋਏ, ਰਾਤ ਪਸਰ ਗਈ ਤੇ ਸਤਿਗੁਰੂ ਜੀ ਰੋਜ਼ਾਨਾ ਦੇ ਨੇਮ ਅਨੁਸਾਰ ਆਪਣੇ ਆਸਨਾਂ ਤੇ ਵਿਸ਼ਰਾਮ ਕਰਦੇ ਹਨ। ਜਾਮ ਰਹੀ ਜਾਗੇ ਸੁਚ ਕਰਕੇ, ਇੱਕ ਪੈਰ ਰਾਤ ਅਜੇ ਰਹਿੰਦੀ ਸੀ ਬਤੀਤ ਹੋਣ ਨੂੰ, ਜਿਵੇਂ ਅੰਮ੍ਰਿਤ ਵੇਲੇ ਮਹਾਰਾਜ ਜੀ ਕੇ ਉੱਠਣ ਦਾ ਸਮਾਂ ਹੁੰਦਾ, ਨੇਮ ਹੈ। ਸੋ ਇੱਕ ਪੈਰ ਰਾਤ ਰਹਿੰਦੀ ਸੀ, ਜਿਸ ਵਕਤ ਮਹਾਰਾਜ ਜਾਗੇ ਉੱਠ ਕਰਕੇ ਸ਼ੌਚ ਇਸ਼ਨਾਨ ਆਦਿਕ ਕੀਤਾ ਹੈ। ਮਜਨ ਠਾਨ ਧਿਆਨ ਕੋ ਤਰਕੈ, ਪਹਿਲਾਂ ਇਸ਼ਨਾਨ ਕੀਤਾ, ਫਿਰ ਅੰਤਰਾਤਮੇ ਧਿਆਨ ਵਿੱਚ ਟਿਕ ਗਏ, ਜੋ ਨੇਮ ਹੈ ਮਹਾਰਾਜ ਜੀ ਕੇ ਜੀਵਨ ਦਾ। ਅੰਮ੍ਰਿਤ ਵੇਲੇ ਦੀ ਬੰਦਗੀ, ਅੰਮ੍ਰਿਤ ਵੇਲੇ ਦੀ ਇਬਾਦਤ, ਰੱਬੀ ਧਿਆਨ ਵਿੱਚ ਮਗਨ ਹੋ ਜਾਣਾ। ਸੋ ਧਿਆਨ ਦੇ ਵਿੱਚ ਟਿਕ ਗਏ ਹਨ। ਉਦਯੋ ਸੂਰ ਪਹਿਰੇ ਪਟ ਸਾਰੇ, ਤੇ ਜਿਸ ਵਕਤ ਫਿਰ ਪੰਸਾਰ ਹੋਈ, ਸੂਰਜ ਚੜ੍ਹਿਆ, ਦਿਨ ਦਾ ਚੜਾਓ ਹੋਇਆ, ਫਿਰ ਮਹਾਰਾਜ ਜੀ ਉੱਠ ਕਰਕੇ ਤਿਆਰ ਹੁੰਦੇ ਹਨ। ਰੋਜ਼ਾਨਾ ਦੀ ਤਰ੍ਹਾਂ ਨਵੀਨ ਵਸਤਰ ਪਹਿਨਦੇ ਹਨ। ਤੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਮਹਾਰਾਜ ਜੀ ਕੇ ਨਾਲ ਪੰਜਾਬ ਦੇਸ਼ ਵੱਲ ਆਉਣਾ ਹੈ, ਉਹ ਵੀ ਤਿਆਰ ਹੋਏ ਹਨ। ਹੁਤੋ ਤਿਆਰ ਪੁਨ ਕੀਨ ਆਹਾਰੇ, ਤਿਆਰ ਹੋਣ ਤੋਂ ਉਪਰੰਤ ਭਾਈ ਸਾਹਿਬ ਜੀ ਦੇਖਦੇ ਹਨ ਕਿ ਮਹਾਰਾਜ ਜੀਆਂ ਨੇ ਫਿਰ ਆਹਾਰ, ਜੋ ਭੋਜਨ ਹੈ, ਉਹ ਛਕਿਆ ਹੈ ਜੀ। ਪੁੱਤਰ ਅੰਕ ਮੈਂ ਲੀਨ ਬਿਠਾਈ, ਤੇ ਜਿਸ ਵਕਤ ਮਹਾਰਾਜ ਭੋਜਨ ਛਕ ਰਹੇ ਸਨ, ਅੱਜ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਲਿਆ। ਪਿਆਰ ਸਹਿਤ ਨਾਲੇ ਤੇ ਦੁਲਾਰ ਕਰ ਰਹੇ ਹਨ, ਨਾਲ ਮਹਾਰਾਜ ਆਹਾਰ ਭੋਜਨ ਜਿਹੜਾ ਹੈ ਉਹ ਛਕ ਰਹੇ ਹਨ। ਕਰੇ ਦੁਲਾਰਨ ਪ੍ਰੀਤ ਵਧਾਈ, ਪਿਤਾ ਦਾ ਪ੍ਰੇਮ ਹੈ ਲਾਲ ਜੀ ਦੇ ਨਾਲ, ਪੁੱਤਰ ਜੀ ਦੇ ਨਾਲ। ਸੋ ਬੜੇ ਹੀ ਪਿਆਰ ਸਹਿਤ ਦੁਲਾਰ ਕਰ ਰਹੇ ਹਨ, ਸੀਸ ਦੇ ਉੱਪਰ ਹੱਥ ਫੇਰਦੇ ਹਨ, ਨਾਲ ਭੋਜਨ ਛਕਦੇ ਹਨ। ਤੇ ਭੋਜਨ ਛਕਣ ਤੋਂ ਉਪਰੰਤ ਇੱਕ ਵਾਰ ਫਿਰ ਬੜੇ ਪਿਆਰ ਵਿੱਚ ਆ ਕਰਕੇ ਬੁੱਕਲ ਵਿੱਚ ਲੈ ਕਰਕੇ ਪੁੱਤਰ ਨੂੰ ਦੁਲਾਰ ਕੀਤਾ ਹੈ। ਮਾਤ ਨਾਨਕੀ ਕੋ ਕਰ ਬੰਧਨ, ਫਿਰ ਇਸ ਵਿੱਚ ਸਾਰੀ ਤਿਆਰੀ ਕਰਨ ਉਪਰੰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਮਾਤਾ ਸਤਿਕਾਰਯੋਗ ਮਾਂ ਨਾਨਕੀ ਜੀ ਦੇ ਪਾਸ ਜਾ ਕਰਕੇ ਮਾਤਾ ਜੀ ਕੇ ਚਰਨਾਂ ਅੰਦਰ ਸੀਸ ਨਵਾ ਕਰਕੇ ਬੰਧਨ ਕੀਤਾ ਹੈ। ਗਮਨ ਚਯੋ ਪੁਨ ਦੋਸ ਨਿਕੰਦਨ, ਫਿਰ ਆਗਿਆ ਮੰਗੀ ਹੈ ਕਿ ਮਾਂ ਜੀ, ਜਿਵੇਂ ਪਹਿਲਾਂ ਆਪ ਜੀ ਆਗਿਆ ਬਖਸ਼ਦੇ ਸੀ ਤੇ ਅਸੀਂ ਲੰਬੀਆਂ ਯਾਤਰਾਵਾਂ ਤੇ ਨਿਕਲਦੇ ਸਾਂ,
ਹੁਣ ਵੀ ਆਪ ਜੀ ਆਗਿਆ ਬਖਸ਼ੋ ਤਾਂ ਜੋ ਅਸੀਂ ਪੰਜਾਬ ਦੇਸ਼ ਵੱਲ ਵਾਪਸ ਕੂਚ ਕਰਨਾ ਹੈ। ਇਹ ਸਾਰਾ ਸਫ਼ਰ ਸਰ ਕਰ ਸਕੀਏ ਜੀ। ਸਿੱਖ ਸੰਗਤ ਸਗਰੇ ਮਿਲ ਆਏ। ਇਸ ਵਕਤ ਜਿਸ ਵਕਤ ਮਹਾਰਾਜ ਜੀਆਂ ਨੇ ਮਾਤਾ ਜੀ ਨੂੰ ਬੰਧਨ ਕੀਤਾ, ਆਗਿਆ ਮੰਗੀ, ਫਿਰ ਸਾਰੀ ਸੰਗਤ ਮਹਾਰਾਜ ਜੀ ਕੇ ਪਾਸ ਆ ਗਈ ਹੈ ਜੀ। ਨਮੋ ਕਰੈ ਉਰ ਪ੍ਰੇਮ ਉਪਾਏ। ਨਮੋ ਨਮਸਕਾਰ ਕਰ ਰਹੀ ਹੈ ਸੰਗਤ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨਾਂ ਅੰਦਰ ਸੰਗਤ ਟਿਕ ਰਹੀ ਹੈ ਜੀ। ਕਰ ਮੈਂ ਪਰਵਿਸੇ ਜਬ ਗੁਰ ਜਾਈ। ਫਿਰ ਇਸ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਮਹਿਲ ਮਾਤ ਨਾਨਕੀ ਜੀ ਦੇ ਪਾਸ ਘਰ ਅੰਦਰ ਪਹੁੰਚਦੇ ਹਨ। ਸ਼੍ਰੀ ਗੁਜਰੀ ਬੋ ਬਿਨੈ ਸੁਣਾਈ। ਮਾਤਾ ਗੁਜਰੀ ਜੀ ਦੇ ਪਾਸ ਜਿਸ ਵਕਤ ਘਰ ਅੰਦਰ ਪਹੁੰਚੇ ਹਨ, ਫਿਰ ਮਾਤਾ ਗੁਜਰੀ ਜੀਆਂ ਨੇ ਆਪਣੀ ਜਿਹੜੀ ਬੇਨਤੀ ਹੈ ਉਹ ਸਵਾਮੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਨਮੁਖ ਕੀਤੀ ਹੈ ਜੀ। ਆਜ ਨਿਕਟ ਹੀ ਕੀਜੈ ਡੇਰਾ। ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਸਵਾਮੀ ਸਤਿਗੁਰੂ ਜੀਓ, ਜੇਕਰ ਆਪ ਠੀਕ ਸਮਝੋ ਤੇ ਅੱਜ ਦਾ ਦਿਨ ਹੋਰ ਇਸ ਸਥਾਨ ਤੇ ਗੁਜ਼ਾਰ ਲਓ। ਅੱਜ ਇੱਥੇ ਹੀ ਆਪ ਰੁਕਣਾ ਕਰੋ, ਕੱਲ ਨੂੰ ਆਪ ਪ੍ਰਸਥਾਨ ਕਰਨਾ ਜੀ। ਸੁਤ ਕੋ ਸੰਗ ਰੱਖੋ ਇਸ ਬੇਰਾ। ਤੇ ਜਿੰਨਾ ਕੁ ਸਮਾਂ ਆਪ ਜੀਆਂ ਨੇ ਇੱਥੇ ਅੱਜ ਦਾ ਦਿਨ ਜੇ ਰੁਕ ਜਾਓ ਤੇ ਠੀਕ ਹੈ, ਤੇ ਨਾਲ ਹੀ ਲਾਲ ਗੋਬਿੰਦ ਰਾਏ ਆਪ ਜੀ ਕੇ ਸੁਪੁੱਤਰ ਉਹ ਵੀ ਅੱਜ ਦਾ ਦਿਨ ਹੋਰ ਆਪ ਜੀ ਕੀ ਹਜ਼ੂਰੀ ਅੰਦਰ ਗੁਜ਼ਾਰ ਲੈਣਗੇ ਜੀ। ਹੋਰ ਹੋਤ ਪੁਨ ਗਮੋ ਅਗਾਰੀ। ਇਸੇ ਤਰ੍ਹਾਂ ਕੱਲ ਨੂੰ ਦਿਨ ਚੜ੍ਹਦਿਆਂ ਹੀ ਇਸ ਸਥਾਨ ਤੋਂ ਆਪ ਜੀ ਪ੍ਰਸਥਾਨ ਕਰ ਦੇਣਾ। ਆਪ ਆਪਣੇ ਦੇਸ਼ ਪੰਜਾਬ ਵੱਲ ਨੂੰ ਚਾਲੇ ਮਾਰ ਦੇਣਾ ਜੀ। ਆਏ ਸਦਨ ਕੋ ਸਕਲ ਪਿਛਾਰੀ। ਉਹ ਜਿਹੜਾ ਘਰ ਜੋ ਆਨੰਦਪੁਰ ਮਹਾਰਾਜ ਉਸਾਰ ਕਰਕੇ ਗਏ ਸਨ, ਉਸ ਘਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੂਰਬ ਦੇਸ਼ ਦੀ ਯਾਤਰਾ ਕਰਕੇ ਵਾਪਸ ਆਉਣਾ ਹੈ। ਸਤਿਗੁਰ ਤਬ ਹੋਏ ਅਸਵਾਰ। ਪਰੰਤੂ ਸਤਿਗੁਰੂ ਜੀਆਂ ਨੇ ਆਪਣੀ ਜਿਹੜੀ ਤਿਆਰੀ ਕਰਵਾਈ ਹੈ ਉਸੇ ਦੇ ਅਨੁਸਾਰ ਅਸਵਾਰ ਹੋ ਗਏ, ਭਾਵ ਘੋੜੇ ਤੇ ਚੜ੍ਹ ਕਰਕੇ ਤੁਰ ਪਏ ਹਨ। ਮਾਤ ਨਾਨਕੀ ਬੰਧਨ ਧਾਰ। ਇੱਕ ਵਾਰ ਫਿਰ ਚੱਲਣ ਤੋਂ ਪਹਿਲਾਂ ਮਾਤਾ ਜੀ ਮਾਤ ਨਾਨਕੀ ਜੀ ਦੇ ਚਰਨਾਂ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀਆਂ ਨੇ ਨਮਸਕਾਰ ਕੀਤੀ ਹੈ। ਬਾਰ ਬਾਰ ਸੁਤ ਕੋ ਮੁਖ ਦੇਖ। ਤੇ ਜਿਵੇਂ ਮਹਾਰਾਜ ਤਿਆਰੀ ਕਰਕੇ ਚੱਲ ਰਹੇ ਸਨ, ਮਾਤਾ ਨਾਨਕੀ ਜੀ ਪਾਸ ਨੇ, ਮਾਤਾ ਗੁਜਰ ਕੌਰ ਜੀ ਪਾਸ ਨੇ, ਲਾਲ ਗੋਬਿੰਦ ਰਾਏ ਜੀ ਹਜ਼ੂਰੀ ਵਿੱਚ ਖੜੇ ਨੇ। ਮਹਾਰਾਜ ਜੀਆਂ ਨੇ ਕੋਈ 2-3 ਵਾਰ ਪਰਤ ਕੇ ਲਾਲ ਗੋਬਿੰਦ ਰਾਏ ਜੀ ਹੋ ਕੇ ਮੁਖ ਨੂੰ ਤੱਕਿਆ ਹੈ ਜੀ। ਵਿਛਰਿਓ ਚਾਹੇ ਨਾ ਪ੍ਰੇਮ ਵਿਸੇਖ। ਤੇ ਮਹਾਰਾਜ ਮਹਿਸੂਸ ਕਰ ਰਹੇ ਨੇ ਵੀ ਇਹ ਜਿਹੜਾ ਸਾਡਾ ਪਰਿਵਾਰ ਹੈ ਇਹ ਸਾਡੇ ਤੋਂ ਦੂਰ ਰਹਿਣਾ, ਵਿਛੋੜੇ ਵਿੱਚ ਰਹਿਣਾ, ਭਾਵ ਇਦਾਂ ਇੱਥੇ ਇਕੱਲਿਆਂ ਰਹਿਣਾ ਠੀਕ ਨਹੀਂ ਸਮਝਦਾ, ਪਰੰਤੂ ਸਮੇਂ ਦੀ ਮਜਬੂਰੀ ਹੈ। ਜੋ ਕਾਰਜ ਮਹਾਰਾਜ ਜੀਆਂ ਨੇ ਸਿੱਖ ਪੰਥ ਦੇ ਕਰਨੇ ਹਨ ਉਹ ਵੀ ਜ਼ਰੂਰੀ ਹਨ। ਸੋ ਇਸ ਵੇਲੇ ਸਭ ਕੁਝ ਭਾਵਾਤਮਾ ਤੋਂ ਮਹਿਸੂਸ ਕਰਦੇ ਹੋਏ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਸਥਾਨ ਕਰਦੇ ਹਨ। ਆਸਿਖ ਦੇਤੀ ਭੋਰ ਥਰੀ ਹੈ। ਮਾਤਾ ਗੁਜਰ ਕੌਰ ਜੀ ਤੇ ਮਾਤਾ ਨਾਨਕੀ ਜੀ ਦੋਨੋਂ ਮਾਤਾਵਾਂ, ਮਾਤਾ ਨਾਨਕੀ ਜੀ ਆਪਣੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸੀਸ ਦੇ ਰਹੇ ਨੇ, ਤੇ ਮਾਤਾ ਗੁਜਰ ਕੌਰ ਜੀ ਆਪਣੇ ਸੁਪੁੱਤਰ ਲਾਲ ਗੋਬਿੰਦ ਰਾਏ ਜੀਆਂ ਦੇ ਸੀਸ ਤੇ ਹੱਥ ਰੱਖ ਕੇ ਉਹਨਾਂ ਨੂੰ ਤਰਵਾਸ ਦੇ ਰਹੇ ਨੇ। ਇਸ ਵੇਲੇ ਭਾਈ ਸਾਹਿਬ ਜੀ ਲਿਖਦੇ ਹਨ ਕਿ ਸਤਿਗੁਰੂ ਜੀਆਂ ਨੇ ਹੁਣ ਪਟਨੇ ਤੋਂ ਵਾਪਸ ਰਵਾਨਗੀ ਪੰਜਾਬ ਦੇਸ਼ ਵੱਲ ਕਰ ਲਈ ਹੈ, ਤੇ ਇਹ ਉਹ ਸਮਾਂ ਗੁਰਮੁਖੋ ਹੁਣ ਇਸ ਤੋਂ ਬਾਅਦ ਪਰਤ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਵਾਪਸ ਪਟਨੇ ਨਹੀਂ ਜਾਣਗੇ। ਇਉਂ ਕਹਿ ਲਈਏ ਕਿ ਮਹਾਰਾਜ ਜੀ ਵਾਪਸ ਇਸ ਦੇਸ਼ ਤੋਂ ਪੰਜਾਬ ਦੇਸ਼ ਵੱਲ ਤੁਰ ਪਏ ਹਨ, ਤੇ ਸਾਰੀ ਸੰਗਤ ਦੇ ਮਨ ਵਿੱਚ ਅਤਿਅੰਤ ਵੈਰਾਗ ਹੈ ਜੀ। ਚਹਿਤ ਸਰੇ ਨੈ ਅਸਰ ਟਰੀ ਹੈ। ਮਨ ਦੇ ਵਿੱਚ ਵਿਰਾਗ ਹੈ, ਮਨ ਦੇ ਵਿੱਚ ਵਿਛੋੜਾ ਹੈ ਕਿ ਹੁਣ ਸਤਿਗੁਰੂ ਜੀ ਜਾ ਰਹੇ ਹਨ, ਹੁਣ ਪਤਾ ਨਹੀਂ ਅੱਗੇ ਕਿੰਨਾ ਸਮਾਂ ਹੋਰ ਬਤੀਤ ਕਰਨਾ ਪਵੇਗਾ, ਫਿਰ ਦਰਸ਼ਨ ਹੋਣਗੇ। ਪਰੰਤੂ ਜਿਵੇਂ ਕਿਵੇਂ ਮਾਤਾ ਜੀ ਹੁਣਾਂ ਨੇ ਆਪਣੇ ਆਪ ਨੂੰ ਰੋਕਿਆ ਹੈ ਜੀ। ਮਿਲਨ ਅੰਤ ਕੋ ਸਤਿਗੁਰ ਜਾਨ। ਸਤਿਗੁਰੂ ਜੀ ਕੇ ਜਾਣ ਦਾ ਸਮਾਂ ਇਹ ਜਿਹੜਾ ਇਉਂ ਕਹਿ ਲਈਏ ਵੀ ਇਸ ਵਾਰ ਪਟਨੇ ਦੀ ਧਰਤੀ ਤੇ ਇਹ ਅਖੀਰਲਾ ਦਰਸ਼ਨ ਹੈ। ਉਸ ਤੋਂ ਬਾਅਦ ਮਹਾਰਾਜ ਪੰਜਾਬ ਦੇਸ਼ ਆ ਰਹੇ ਹਨ, ਵਾਪਸ ਮੁੜਨਾ ਨਹੀਂ। ਅੱਗੇ ਕਿੰਨੇ ਸਮੇਂ ਬਾਅਦ ਮਹਾਰਾਜ ਪਰਿਵਾਰ ਨੂੰ ਇੱਥੇ ਬੁਲਾਉਂਦੇ ਹਨ ਉਹ ਸਮਾਂ ਹਾਲੀ ਨਿਸ਼ਚਿਤ ਨਹੀਂ ਹੈ। ਇਸ ਲਈ ਮਨ ਦੇ ਅੰਦਰ ਵੈਰਾਗ ਹੈ ਜੀ। ਦਰਸ਼ਨ ਦੇ ਕਰ ਪ੍ਰੇਮ ਮਹਾਨ। ਫਿਰ ਵੀ ਸਤਿਗੁਰੂ ਜੀਆਂ ਨੇ ਆਪਣੇ ਦਰਸ਼ਨ ਬਖਸ਼ ਕੇ, ਆਪਣੀ ਬਖਸ਼ਿਸ਼ ਕਰਕੇ
ਬਹੁਤ ਵੱਡੀ ਕਿਰਪਾ ਕੀਤੀ ਹੈ। ਅੰਦਰ ਦਾ ਧਰਵਾਸ ਦਿਲਾਸਾ ਦੇ ਕਰਕੇ ਮਹਾਰਾਜ ਜੀਆਂ ਨੇ ਸਭ ਨੂੰ ਇੱਥੇ ਟਿਕਾਇਆ ਹੈ ਜੀ। ਗਮਨਤ ਗੁਜਰੀ ਜੁਗ ਕਰ ਬੰਦੇ। ਮਾਤਾ ਗੁਜਰੀ ਜੀ ਜਿਨ੍ਹਾਂ ਨੇ ਦੋਵੇਂ ਹੱਥ ਜੋੜ ਕਰਕੇ ਸਵਾਮੀ ਸਤਿਗੁਰੂ ਜੀ ਕੇ ਚਰਨਾਂ ਅੰਦਰ ਨਮਸਕਾਰ ਕੀਤੀ ਹੈ। ਬੰਧਨ ਕਰਤ ਚਹਿਤ ਸੁਖ ਕੰਦੇ। ਬੰਧਨ ਕਰ ਸਤਿਗੁਰੂ ਜੀ ਨੂੰ ਬੰਧਨ ਕਰਕੇ ਜੋ ਗੁਰੂ ਦਾ ਸੁੱਖ ਹੈ, ਜੋ ਅਗੰਮੀ ਸੁੱਖ ਹੈ, ਕਿਉਂਕਿ ਗੁਰੂ ਵੀ ਨੇ ਤੇ ਸਾਈਂ ਵੀ ਨੇ, ਮਾਲਕ ਪਤੀ ਵੀ ਨੇ। ਸੋ ਇਸ ਵਿਦ ਜਿਹੜਾ ਸੁੱਖ ਹੈ ਸਤਿਗੁਰੂ ਜੀ ਕਾ ਉਹ ਮਾਤਾ ਜੀਆਂ ਨੇ ਇਦਾਂ ਬੰਧਨ ਕਰਕੇ ਪ੍ਰਾਪਤ ਕੀਤਾ ਹੈ। ਪੁਰ ਮੈਂ ਗਮਨੇ ਕਰ ਕੋ ਤਿਆਗਾ। ਫਿਰ ਇਸ ਵਿਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਇੱਥੇ ਜ਼ਿਕਰ ਕੀਤਾ ਹੈ, ਮਹਾਰਾਜ ਆਪਣੇ ਉਸ ਘਰ ਪਟਨਾ ਸਾਹਿਬ ਦੀ ਧਰਤੀ ਜਿੱਥੇ ਮਹਾਰਾਜ ਜੀ ਕਾ ਪਰਿਵਾਰ ਰੁਕਿਆ, ਲਾਲ ਗੋਬਿੰਦ ਰਾਏ ਸਾਹਿਬ ਜੀ ਹੋਰਾਂ ਦੀ ਆਮਦ ਅਵਤਾਰ ਹੋਇਆ, ਉਸ ਘਰ ਨੂੰ ਤਿਆਗ ਕਰਕੇ ਤੇ ਵਾਪਸ ਹੁਣ ਪੰਜਾਬ ਦੇਸ਼ ਨੂੰ ਤੁਰ ਪਏ ਸਨ ਤੇ ਉਸੇ ਹੀ ਨਗਰ ਪਟਨੇ ਦੇ ਵਿੱਚੋਂ ਦੀ ਲੰਘ ਰਹੇ ਹਨ। ਸੰਗ ਐ ਜਿਨ ਮਨ ਅਨੁਰਾਗਾ। ਬਹੁਤ ਸਾਰੀ ਸਿੱਖ ਸੰਗਤ ਮਸੰਦ ਗੁਰੂ ਕਾ ਪਰਿਵਾਰ ਬਹੁਤ ਸਾਰੇ ਇਸ ਮਹਾਰਾਜ ਜੀ ਕੇ ਸੰਗ ਹੀ ਤੁਰੇ, ਕਿਉਂਕਿ ਜਿਨ੍ਹਾਂ ਜਿਨ੍ਹਾਂ ਦਾ ਪ੍ਰੇਮ ਹੈ ਨਾ ਗੁਰਮੁਖੋ ਗੁਰੂ ਨਾਲ, ਉਹ ਕਦੇ ਗੁਰੂ ਤੋਂ ਵਿਛੋੜਾ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰਿਆ ਕਰਦੇ। ਉਹ ਇੰਨੇ ਕੁ ਟਿਕ ਜਾਂਦੇ ਨੇ ਵੀ ਹਰ ਵਕਤ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ। ਸੋ ਇਸ ਵਿਦ ਬਹੁਤ ਸਾਰੀ ਸੰਗਤ ਪਿਆਰ ਵਾਲੇ ਸਿੱਖ ਮਹਾਰਾਜ ਜੀ ਕੇ ਨਾਲ ਹੀ ਪਟਨੇਪੁਰ ਦੇ ਵਿੱਚ ਤੁਰ ਰਹੇ ਹਨ। ਕੇਤਿਕ ਦੂਰ ਸਤਿਗੁਰ ਜਬ ਆਏ। ਇਸ ਵਿਦ ਮਹਾਰਾਜ ਆਪਣੇ ਉਸ ਘਰ ਤੋਂ ਜਿੱਥੇ ਲਾਲ ਗੋਬਿੰਦ ਰਾਏ ਜੀ ਪ੍ਰਗਟੇ ਹਨ, ਜਿੱਥੇ ਮਹਾਰਾਜ ਜੀ ਦਾ ਪਰਿਵਾਰ ਟਿਕਿਆ ਹੋਇਆ ਹੈ, ਉਹ ਗੁਰੂ ਦਾ ਹੀ ਘਰ ਹੈ। ਸੋ ਉਤੋਂ ਚੱਲ ਕਰਕੇ ਕੁਝ ਸਫ਼ਰ ਤੈਅ ਕਰਕੇ ਕੁਝ ਦੂਰੀ ਤੱਕ ਪਹੁੰਚਦੇ ਹਨ। ਸਾਹਿਬਜ਼ਾਦੇ ਕੋ ਸੰਗ ਲਿਆਏ। ਤੇ ਨਾਲ ਹੀ ਆਪਣੇ ਸਾਹਿਬਜ਼ਾਦੇ ਲਾਲ ਗੋਬਿੰਦ ਰਾਏ ਜੀ ਸਾਹਿਬ ਜੀ ਹੋਰਾਂ ਨੂੰ ਨਾਲ ਲਿਆ ਕਰਕੇ ਚੱਲ ਰਹੇ ਹਨ, ਕਿਉਂਕਿ ਘੋੜੇ ਤੇ ਮਹਾਰਾਜ ਆਪ ਵੀ ਸਵਾਰ ਨੇ, ਲਾਲ ਜੀ ਵੀ ਘੋੜੇ ਤੇ ਹਨ। ਸੋ ਨਾਲ ਹੀ ਲਿਆ ਰਹੇ ਹਨ, ਅਜੇ ਤੱਕ ਪਟਨੇ ਸ਼ਹਿਰ ਨੂੰ ਲੰਘ ਰਹੇ ਹਨ। ਪਟਨਾਪੁਰ ਵਿਸਾਲ ਹੀ ਬਸੈ। ਭਾਈ ਸਾਹਿਬ ਜੀ ਹੋਰਾਂ ਨੇ ਜ਼ਿਕਰ ਕੀਤਾ ਕਿ ਪਟਨਾ ਸ਼ਹਿਰ ਵੀ ਬਹੁਤ ਵੱਡਾ ਸ਼ਹਿਰ ਹੈ, ਜਿਵੇਂ ਪਿੱਛੇ ਵੀ ਜ਼ਿਕਰ ਆਇਆ ਸੀ ਨਾ ਇਤਿਹਾਸ ਅੰਦਰ, ਬਹੁਤ ਭਾਰੀ ਵੱਡਾ ਸ਼ਹਿਰ ਹੈ, ਪੁਰਾਤਨ ਸ਼ਹਿਰ ਹੈ। ਸੋ ਇਹ ਬਹੁਤ ਦੂਰ ਦੂਰ ਤੱਕ ਵਸਿਆ ਹੋਇਆ ਨਗਰ ਹੈ ਜੀ। ਤਨੀ ਅਨੇਕ ਬ੍ਰਿੰਦ ਨਰ ਲਸੈ। ਅਨੇਕਾਂ ਤਰ੍ਹਾਂ ਦੇ ਮਨੁੱਖ, ਧਨਾੜ ਆਦਿਕ ਬਹੁਤ ਵੱਡੇ ਵੱਡੇ ਸੇਠ ਲੋਕ, ਬਾਣੀਏ ਲੋਕ, ਕਿਰਤਕਾਰੀ, ਕਾਸ਼ਤਕਾਰੀ, ਰਾਜ ਮਿਸਤਰੀ, ਬਹੁਤ ਸਾਰੇ ਇੱਥੇ ਜਿਹੜੇ ਵਿਸ਼ੇਸ਼ ਲੋਕ ਹਨ ਉਹ ਵਸਦੇ ਹਨ। ਇਸ ਵੇਲੇ ਜਿਹੜਾ ਸ਼ਹਿਰ ਹੈ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ ਹੈ ਜੀ। ਨਗਰ ਵਿੱਚ ਹੀ ਡੇਰਾ ਕੀਨ। ਤੇ ਮਹਾਰਾਜ ਸਹਿਜੇ ਸਹਿਜੇ ਚੱਲਦੇ ਹੋਏ ਨਗਰ ਦੇ ਇੱਕ ਪਾਸੇ ਆਪਣੇ ਘਰ ਵਾਲੇ ਪਾਸੇ ਤੋਂ ਦੂਸਰੇ ਪਾਸੇ ਵੱਲ ਪਹੁੰਚੇ ਹਨ। ਤੇ ਇੱਥੇ ਹੀ ਮਹਾਰਾਜ ਜੀਆਂ ਨੂੰ ਸ਼ਾਮਾਂ ਪਈਆਂ ਤੇ ਮਹਾਰਾਜ ਜੀ ਨੇ ਫਿਰ ਇਸੇ ਨਗਰ ਦੇ ਵਿੱਚ ਹੀ ਦੂਜੇ ਪਾਸੇ ਜਿਹੜਾ ਹੈ ਆਪਣਾ ਡੇਰਾ ਕਰ ਦਿੱਤਾ ਹੈ। ਸੁਤ ਜੁਤ ਸੰਗਤ ਸੰਗੈ ਚੀਨ। ਤੇ ਮਹਾਰਾਜ ਜੀ ਕੇ ਆਪਣੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਮਹਾਰਾਜ ਜੀ ਕੇ ਗ੍ਰਹਿ ਤੋਂ ਚੱਲ ਕੇ ਨਾਲ ਆਈਆਂ ਸਨ, ਉਹ ਵੀ ਸਾਰੇ ਇੱਥੇ ਹੀ ਰੁਕ ਗਏ ਹਨ। ਇਸ ਵਿਦ ਨਾ ਇਸ ਸਥਾਨ ਤੇ ਮਹਾਰਾਜ ਜੀ ਕੀ ਬਖਸ਼ਿਸ਼ ਹੋਈ, ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਹੋਇਆ ਹੈ। ਪਿੱਛੇ ਸਿੱਖ ਪਹੁੰਚੇ ਸਮਧਾਏ। ਤੇ ਜਿਸ ਵਕਤ ਖਬਰ ਮਿਲੀ ਵੀ ਸਤਿਗੁਰੂ ਜੀ ਜਾ ਰਹੇ ਸਨ, ਪਰੰਤੂ ਅੱਜ ਡੇਰਾ ਪਟਨਾ ਸਾਹਿਬ ਦੇ ਵਿੱਚ ਹੀ ਹੋਇਆ। ਫਿਰ ਮਹਾਰਾਜ ਜੀ ਕੇ ਜਿਹੜੇ ਉਸ ਸਥਾਨ ਤੇ ਵਸਣ ਵਾਲੇ ਪਟਨਾ ਸਾਹਿਬ ਗ੍ਰਹਿ ਵਿਖੇ ਜਿਹੜੇ ਸਿੱਖ ਸੇਵਕ ਸੇਵਾ ਕਰਦੇ ਨੇ ਜਾਂ ਹੋਰ ਜਿਹੜੇ ਸਿੱਖ ਨੇ, ਉਹ ਵੀ ਫਿਰ ਸਾਰੇ ਇੱਥੇ ਇਕੱਤਰ ਹੋ ਗਏ। ਦੂਰ ਨੇੜੇ ਤੋਂ ਚੱਲ ਕਰਕੇ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਇੱਥੇ ਹੀ ਆਣ ਟਿਕੇ ਹਨ। ਮਿਲੇ ਅਨੇਕ ਅਕੋਰਨ ਲਿਆਏ। ਤੇ ਬਹੁਤ ਸਾਰੀਆਂ ਭੇਟਾਵਾਂ ਸਿੱਖ ਸੰਗਤਾਂ ਲੈ ਕਰਕੇ ਆਈਆਂ, ਬਹੁਤ ਸਾਰੀਆਂ ਕੀਮਤੀ ਵਸਤੂਆਂ ਦਰਸ਼ਨੀ ਭੇਟਾ ਦੇ ਰੂਪ ਵਿੱਚ ਮਹਾਰਾਜ ਜੀ ਕੇ ਚਰਨਾਂ ਅੰਦਰ ਸੰਗਤ ਨੇ ਇਸ ਸਥਾਨਪੁਰ ਹਾਜ਼ਰ ਕੀਤੀ ਹੈ। ਬੈਠੇ ਸਤਿਗੁਰ ਲਿਆਏ ਦੀਵਾਨ। ਤੇ ਮਹਾਰਾਜ ਜੀ ਦਾ ਜਿਹੜਾ ਨੇਮ ਹੈ, ਜਿਸ ਵਿੱਚ ਜਿੱਥੇ ਵੀ ਗੁਰਦੇਵ ਬੈਠਦੇ ਹਨ, ਗੁਰੂ ਕੀ ਬਾਣੀ ਦੀ ਸੰਗਤ, ਬਾਣੀ ਦਾ ਪ੍ਰਵਾਹ, ਇਸ ਵਿੱਚ ਦੀਵਾਨ ਸਜ ਗਏ ਹਨ। ਮਹਾਰਾਜ ਜੀ ਕੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਜੁੜ ਗਈਆਂ ਹਨ ਤੇ ਦੀਵਾਨ ਸਜੇ ਹਨ। ਜਥਾ ਜੋਗ ਸਭ ਸੰਗ ਬਖਾਨ। ਜਥਾ ਜੋਗ ਜੋ ਵੀ ਕਿਸੇ ਦਾ ਕੋਈ ਸ਼ੰਕਾ, ਕਿਸੇ ਨੇ ਕੁਝ ਪੁੱਛਣਾ ਦੱਸਣਾ, ਕਿਸੇ ਦੀ ਅਰਦਾਸ ਬੇਨਤੀ, ਇਸ ਵਿੱਚ ਜਥਾ ਜੋਗ ਜੋ ਵੀ ਕਿਸੇ ਦੀ ਭਾਵਨਾ ਹੈ, ਮਹਾਰਾਜ ਜੀ ਸਾਰਿਆਂ ਦੇ ਨਾਲ ਵਾਰਤਾਲਾਪ ਕਰ ਰਹੇ ਨੇ ਤੇ ਆਪਣੇ ਮੁਖ ਤੋਂ ਸਭ ਕਿਸੇ ਨੂੰ ਅਸੀਸ ਦੇ ਰਹੇ ਸਨ। ਸਦਨ ਜਾਨ ਕੋ ਸਕਲ ਹਟਾਏ। ਫਿਰ ਇਸ ਸਥਾਨ ਤੇ ਟਿਕ ਕਰਕੇ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਵੇਖੋ ਭਾਈ,
ਸਤਿਕਾਰ ਨਾਲ ਤੁਸੀਂ ਸਾਰੇ ਹੀ ਸਾਡੇ ਨਾਲ ਇੱਥੋਂ ਤੱਕ ਆਏ ਹੋ, ਤੇ ਅਸੀਂ ਵੀ ਚਾਹੁੰਦੇ ਸਾਂ, ਕਿਉਂਕਿ ਜਿਨ੍ਹਾਂ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੈ ਉਹ ਗੁਰੂ ਤੋਂ ਦੂਰ ਨਹੀਂ ਰਹਿ ਸਕਦੇ। ਪਰੰਤੂ ਹੁਣ ਸਮਾਂ ਐਸਾ ਹੈ ਵੀ ਅਸੀਂ ਅਗਲੇ ਸਫ਼ਰ ਤੇ ਰਵਾਨਾ ਹੋਣਾ ਹੈ। ਦੂਰ ਦੇਸ਼ ਦਾ ਸਫ਼ਰ ਹੈ, ਵਿਖੜੇ ਪੜਾਅ ਨੇ। ਇਸ ਕਰਕੇ ਹੁਣ ਭਾਈ ਤੁਸੀਂ ਸਾਰੇ ਆਪਣੇ ਆਪਣੇ ਵਾਪਸ ਗ੍ਰਹਿ ਦੇ ਅੰਦਰ ਆਪਣੇ ਆਪਣੇ ਸਥਾਨਾਂ ਤੇ ਪਰਤ ਜਾਓ, ਕਿਉਂਕਿ ਇੱਥੋਂ ਤੱਕ ਤੁਸੀਂ ਨਾਲ ਆਏ ਹੋ, ਅਸੀਂ ਕਿਸੇ ਨੂੰ ਹਟਾਇਆ ਨਹੀਂ। ਹੁਣ ਇਸ ਤੋਂ ਅਗਲੇ ਦਿਨ ਅਸੀਂ ਇੱਥੋਂ ਅਗਲੇ ਸਫ਼ਰ ਤੇ ਰਵਾਨਾ ਹੋਣਾ ਹੈ। ਤੇ ਮਹਾਰਾਜ ਨੇ ਹੁਕਮ ਦੇ ਦਿੱਤਾ, ਲਾਲ ਗੋਬਿੰਦ ਰਾਏ ਜੀ ਸਹਿਤ ਸਭ ਵਾਪਸ ਆਪਣੇ ਆਪਣੇ ਗ੍ਰਹਿ ਵਿਖੇ ਚਲੇ ਜਾਓ ਜੀ। ਨਿਸਾ ਭਰੀ ਤੇ ਗੁਰ ਸੁਪਤਾਏ। ਇੱਕ ਰਾਤ ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਪਟਨੇ ਨਗਰ ਦੇ ਦੂਜੇ ਪਾਸੇ ਬੰਨੇ ਜਿੱਥੇ ਡੇਰਾ ਕਰਦੇ ਹਨ ਉੱਥੇ ਬਿਤਾਉਂਦੇ ਹਨ। ਰਾਤ ਪਈ, ਬੜੇ ਆਨੰਦ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਆਰਾਮ ਕੀਤਾ ਸੀ। ਜਾਗੇ ਸੋਚ ਸਨਾਨੈ ਠਾਣੇ। ਤੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਫਿਰ ਜਾਗੇ ਹਨ। ਸ਼ੌਚ ਇਸ਼ਨਾਨ ਆਦਿਕ ਕੀਤਾ ਹੈ। ਤਨ ਦੀ ਸੁਚਮਤਾ ਪਵਿੱਤਰਤਾ ਦੇ ਲਈ ਇਸ਼ਨਾਨ ਕੀਤੇ ਹਨ। ਸੁਤ ਸੋ ਸੌਬਿਦ ਬਾਕ ਬਖਾਨੇ। ਫਿਰ ਅਗਲੇ ਦਿਨ ਹੁਣ ਮਹਾਰਾਜ ਜੀਆਂ ਨੇ ਇਹ ਪਟਨੇ ਤੋਂ ਰਵਾਨਾ ਹੋ ਜਾਣਾ ਹੈ। ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਨਿਤਨੇਮ ਤੋਂ ਉਪਰੰਤ ਮਹਾਰਾਜ ਜੀਆਂ ਨੇ ਆਪਣੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਦੇ ਨਾਲ ਫਿਰ ਕੁਝ ਬਾਤਾਂ ਜਿਹੜੀਆਂ ਹਨ ਉਹ ਸਾਂਝੀਆਂ ਕੀਤੀਆਂ ਹਨ। ਕਰਿਓ ਪਿਆਰ ਦੇ ਕਰ ਸੰਗ ਦਾਸ। ਮਹਾਰਾਜ ਜੀਆਂ ਨੇ ਬੜੇ ਪਿਆਰ ਸਹਿਤ ਲਾਲ ਜੀ ਹੋਰਾਂ ਨੂੰ ਬੁੱਕਲ ਵਿੱਚ ਬਿਠਾਇਆ, ਗੋਦੀ ਵਿੱਚ ਲਿਆ, ਕੁਝ ਗੱਲਾਂ ਕੀਤੀਆਂ, ਪਿਆਰ ਨਾਲ ਦੁਲਾਰ ਕੀਤਾ। ਫਿਰ ਜਿਹੜੇ ਨਾਲ ਸੇਵਕ ਸਿੱਖ ਆਏ ਹੋਏ ਸਨ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਹੁਣ ਸਾਡੇ ਲਾਲ ਜੀ ਨੂੰ ਤੁਸੀਂ ਵਾਪਸ ਗ੍ਰਹਿ ਵਿਖੇ ਮਾਤਾ ਜੀ ਹੁਣਾਂ ਪਾਸ ਲੈ ਜਾਓ। ਇੱਥੇ ਮਹਾਰਾਜ ਨੇ ਹੁਕਮ ਦੇ ਦਿੱਤਾ ਵੀ ਹੁਣ ਅਸੀਂ ਅੱਗੇ ਜਾਣਾ ਹੈ ਤੇ ਲਾਲ ਜੀਆਂ ਨੂੰ ਤੁਸੀਂ ਘਰ ਵਿਖੇ ਰੱਖੋ ਤੇ ਇਹਨਾਂ ਦੀ ਬੜੇ ਸੁਚੱਜੇ ਢੰਗ ਦੇ ਨਾਲ ਪਰਵਰਿਸ਼ ਕਰਨੀ ਹੈ, ਹਰ ਤਰ੍ਹਾਂ ਦੇ ਨਾਲ ਇਹਨਾਂ ਦੀ ਰੱਖਿਆ ਕਰਨੀ ਹੈ। ਜੋ ਇਹ ਕਹਿਣਗੇ ਉਹਨਾਂ ਵਚਨਾਂ ਨੂੰ ਸੱਤ ਕਰਕੇ ਮੰਨਣਾ, ਕਿਉਂਕਿ ਇਹ ਸਾਡਾ ਹੀ ਸਰੂਪ ਹਨ। ਕਰੇ ਪਠਾਵਨ ਤਬੈ ਆਵਾਸ। ਮਹਾਰਾਜ ਨੇ ਹੁਕਮ ਦੇ ਕਰਕੇ ਲਾਲ ਜੀ ਗੁਰੂ ਗੋਬਿੰਦ ਰਾਏ ਜੀ ਹੋਰਾਂ ਨੂੰ ਵਾਪਸ ਭੇਜ ਦਿੱਤਾ ਸੀ। ਬੰਧਨ ਠਾਨ ਪਿਤਾ ਕੋ ਗਏ। ਲਾਲ ਜੀ ਵੀ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਪਿਤਾ ਗੁਰਦੇਵ ਜੀ ਕੇ ਹੁਕਮ ਮੰਨਦੇ ਹਨ। ਮਹਾਰਾਜ ਜੀ ਕੋ ਪਿਆਰ ਕਰਕੇ, ਮਹਾਰਾਜ ਜੀਆਂ ਤੋਂ ਅਸੀਸ ਲੈ ਕਰਕੇ ਫਿਰ ਮਹਾਰਾਜ ਕੇ ਚਰਨਾਂ ਵਿੱਚ ਲਾਲ ਜੀ ਹੋਰਾਂ ਨੇ ਬੰਦਨ ਕੀਤਾ, ਨਮਸਕਾਰ ਕੀਤੀ। ਫਿਰ ਵਾਪਸ ਜਿਹੜੇ ਸਿੱਖ ਟਹਿਲੂ ਸਿੱਖ ਸਨ, ਮਹਾਰਾਜ ਜੀ ਕੇ ਸੇਵਕ ਸਿੱਖ, ਉਹਨਾਂ ਦੇ ਨਾਲ ਵਾਪਸ ਮੁੜ ਪਏ ਹਨ। ਆਏ ਤੁਰਤ ਹਮ ਕਹਿਬੇ ਕੀਏ। ਤੇ ਨਾਲ ਇਹ ਵੀ ਕਹਿ ਦਿੱਤਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੂੰ, ਮਹਾਰਾਜ ਜੀ ਨੇ, ਕਿ ਲਾਲ ਜੀ ਅਸੀਂ ਤੁਹਾਨੂੰ ਜਲਦੀ ਬੁਲਾਵਾਂਗੇ। ਤੇ ਲਾਲ ਗੋਬਿੰਦ ਰਾਏ ਜੀਆਂ ਨੇ ਕਹਿ ਦਿੱਤਾ ਪਿਤਾ ਜੀ ਜਦੋਂ ਹੁਕਮ ਆਇਆ ਅਸੀਂ ਤੁਰਤ ਇੱਥੋਂ ਰਵਾਨਾ ਹੋ ਜਾਣਾ ਹੈ। ਜਾਏ ਮਾਤ ਸੋ ਨਿਸਾ ਬਿਰਤਾਂਤ। ਫਿਰ ਜਾ ਕਰਕੇ ਜਿਸ ਵਕਤ ਲਾਲ ਜੀ ਵਾਪਸ ਗ੍ਰਹਿ ਵਿਖੇ ਪਹੁੰਚੇ, ਫਿਰ ਮਾਤਾ ਜੀ ਹੁਣਾਂ ਦੇ ਨਾਲ ਇੱਕ ਰਾਤ ਦਾ ਇਹ ਜਿਹੜਾ ਸਫ਼ਰ ਲਾਲ ਜੀ ਨੇ ਪਿਤਾ ਜੀ ਦੇ ਨਾਲ ਕੀਤਾ ਸੀ, ਉਹ ਸਾਰਾ ਵਰਤਾਂਤ ਮਾਤਾ ਜੀ ਹੁਣਾਂ ਨੂੰ ਸੁਣਾ ਦਿੱਤਾ ਹੈ। ਦਾਦੀ ਸਹਿਤ ਕੀਨ ਬਖਿਆਤ। ਦਾਦੀ ਸਤਿਕਾਰਯੋਗ ਮਾਤਾ ਨਾਨਕੀ ਜੀ ਉਹ ਵੀ ਸਾਰੀ ਬਾਤ ਸੁਣ ਰਹੇ ਸਨ। ਤੇ ਜਿਵੇਂ ਇੱਕ ਛੋਟੀ ਜਿਹੀ ਉਮਰ ਦਾ ਬਾਲਕ ਕੋਈ ਗੱਲਾਂ ਨੂੰ ਬੜੇ ਪਿਆਰ ਨਾਲ ਬੋਲ ਕਰਕੇ ਸੁਣਾਉਂਦਾ, ਏਦਾਂ ਮਾਤਾ ਗੁਜਰ ਕੌਰ ਜੀ ਤੇ ਦਾਦੀ ਮਾਤਾ ਨਾਨਕੀ ਜੀ ਉਹ ਸਾਰੀਆਂ ਬਾਤਾਂ ਜੋ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਆਪਣੇ ਪਿਤਾ ਜੀ ਦੇ ਨਾਲ ਇਸ ਸਥਾਨ ਤੇ ਕੀਤੀਆਂ ਹਨ, ਉਹ ਸਭ ਸੁਣ ਰਹੇ ਹਨ। ਅਨਕ ਬਿਦਨ ਕੇ ਬਾਕ ਬਿਲਾਸ। ਅਨੇਕਾਂ ਤਰ੍ਹਾਂ ਦੀਆਂ ਬਾਤਾਂ, ਬਹੁਤ ਸਾਰੀਆਂ, ਜਿਹਦਾ ਭਾਵੇਂ ਜ਼ਿਕਰ ਭਾਈ ਸਾਹਿਬ ਜੀ ਹੋਰਾਂ ਨੇ ਨਹੀਂ ਕੀਤਾ, ਲੇਕਿਨ ਅਨੇਕ ਬਿਦਨ ਕੇ ਅਨੇਕਾਂ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਇਸ ਸਮੇਂ ਲਾਲ ਗੋਬਿੰਦ ਰਾਏ ਜੀ ਹੋਰਾਂ ਦੇ ਨਾਲ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤੀਆਂ ਹਨ। ਜੋ ਗੱਲਾਂ ਉਹਨਾਂ ਨੂੰ ਸਮਝਾਈਆਂ, ਪਿਆਰ ਵਿੱਚ ਆ ਕੇ ਜੋ ਬਖਸ਼ਿਸ਼ਾਂ ਕੀਤੀਆਂ, ਉਹ ਸਭ ਜਾ ਕਰਕੇ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਆਪਣੇ ਮਾਤਾ ਜੀ ਹੁਣਾਂ ਨੂੰ ਸੁਣਾਉਣਾ ਕੀਤਾ। ਕਰੈ ਸੁਨਾਵਨ ਬੈਠੇ ਆਵਾਸ। ਆਪਣੇ ਘਰ ਦੇ ਅੰਦਰ ਬੈਠ ਕਰਕੇ ਬੜੇ ਹੀ ਪਿਆਰ ਸਹਿਤ ਲਾਲ ਜੀ ਸਾਰੀਆਂ ਬਾਤਾਂ ਸੁਣਾ ਰਹੇ ਨੇ ਤੇ ਮਾਤਾ ਜੀ ਸਭ ਕੁਝ ਸੁਣ ਰਹੇ ਸਨ। ਥੋਰਨ ਦਿਨ ਮੈਂ ਹਮ ਗਮਨੈ ਹੈ। ਤੇ ਇਹ ਵੀ ਕਹਿ ਦਿੱਤਾ ਗੋਬਿੰਦ ਰਾਏ ਜੀ ਹੋਰਾਂ ਨੇ ਕਿ ਮਾਤਾ ਜੀ ਪਿਤਾ ਜੀ ਕਹਿ ਕਰਕੇ ਗਏ ਹਨ ਵੀ ਥੋੜੇ ਦਿਨਾਂ ਵਿੱਚ ਅਸੀਂ ਤੁਹਾਨੂੰ ਪੰਜਾਬ ਦੇਸ਼ ਬੁਲਾ ਲਵਾਂਗੇ। ਸੋ ਥੋੜੇ ਦਿਨਾਂ ਦੇ ਅੰਦਰ ਹੀ ਆਪਾਂ ਵੀ ਇੱਥੋਂ ਰਵਾਨਾ ਹੋ ਕਰਕੇ ਆਪਣੇ ਦੇਸ਼ ਪੰਜਾਬ ਦੇਸ਼ ਵਾਪਸ ਮੁੜਨਾ ਹੈ। ਜਾਏ ਦੇਸ਼ ਪੰਜਾਬ ਰਹਿ ਹੈ। ਤੇ ਜਿਵੇਂ ਪਿਤਾ ਜੀ ਗਏ ਹਨ ਤੇ ਹੁਣ ਉੱਥੇ ਹੀ ਰਹਿਣਗੇ, ਵਾਪਸ ਇੱਥੇ ਨਹੀਂ ਆਉਣਗੇ।
ਸੋ ਅਸੀਂ ਵੀ ਹੁਣ ਥੋੜੇ ਦਿਨਾਂ ਬਾਅਦ ਇੱਥੋਂ ਚੱਲ ਕਰਕੇ ਤੇ ਪੰਜਾਬ ਦੇਸ਼ ਵਿੱਚ ਆਪਣਾ ਵਾਸਾ ਕਰਨਾ ਹੈ। ਇਤਿਆਦਿਕ ਚੰਚਲਤਾ ਸਾਥ। ਇਤਵਿਦ ਸਾਰੀਆਂ ਬਾਤਾਂ ਜਿਹੜੀਆਂ ਨੇ ਨਾ ਲਾਲ ਜੀ ਹੋਰਾਂ ਨੇ ਬੜੇ ਹੀ ਮੁਸਕਰਾਉਂਦਿਆਂ ਹੋਇਆਂ ਆਪਣੇ ਮੁਖ ਤੋਂ ਬਿਆਨ ਕੀਤੀਆਂ ਤੇ ਮਾਤਾ ਜੀ ਹੋਰਾਂ ਨੇ ਇਹ ਸਭ ਸਰਵਣ ਕੀਤਾ ਹੈ। ਜੁਗ ਮਾਤਨ ਸੋ ਭਾਖੈ ਨਾਥ। ਦੋਨੋਂ ਮਾਤਾਵਾਂ, ਮਾਤਾ ਨਾਨਕੀ ਜੀ ਦਾਦੀ ਮਾਤਾ, ਮਾਤਾ ਗੁਜਰ ਕੌਰ ਜੀ ਮਾਤਾ ਜੀ, ਸੋ ਮਾਤਾ ਜੀ ਦੋਨੋਂ ਬੈਠੀਆਂ ਸਨ ਤੇ ਵਿੱਚ ਲਾਲ ਜੀ ਆਪਣੇ ਨਿੱਕੇ ਨਿੱਕੇ ਬੋਲਾਂ ਦੇ ਨਾਲ ਸਾਰੀਆਂ ਬਾਤਾਂ ਬੜੇ ਪਿਆਰ ਸਹਿਤ ਸੁਣਾ ਰਹੇ ਸਨ। ਇਤ ਦਿਸ ਸਤਿਗੁਰ ਕੀਨ ਪਿਆਨਾ। ਇੱਧਰ ਦੂਸਰੇ ਪਾਸੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਵੀ ਸਤਿਗੁਰੂ ਜੀਆਂ ਨੇ ਪਟਨਾ ਨਗਰ ਤਿਆਗ ਦਿੱਤਾ ਹੈ ਤੇ ਆਪਣੇ ਰਸਤੇ ਤੇ ਪੰਜਾਬ ਦੇਸ਼ ਵੱਲ ਨੂੰ ਤੁਰ ਪਏ ਹਨ। ਸਨੇ ਸਨੇ ਕਰ ਮੰਜ਼ਲ ਸਥਾਨਾ। ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਹੇ ਨੇ। ਰਸਤਾ ਸਰ ਕਰਦੇ ਹੋਏ ਸਹਿਜੇ ਸਹਿਜੇ ਵੱਖ-ਵੱਖ ਪੜਾਵਾਂ ਤੋਂ ਲੰਘਦੇ ਹੋਏ ਮਹਾਰਾਜ ਇਸ ਦੇਸ਼ ਪੰਜਾਬ ਦੇਸ਼ ਵੱਲ ਨੂੰ ਤੁਰ ਪਏ ਹਨ। ਕਹਿ ਲਗ ਕਹੋ ਪੰਥ ਕੀ ਕਥਾ। ਅੱਗੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਭਾਈ ਗੁਰਸਿੱਖੋ, ਮਹਾਰਾਜ ਜੀ ਕੇ ਇਸ ਰਸਤੇ ਤੇ ਆਉਣ ਦੀ ਜਾਂ ਗੁਰੂ ਪੰਥ ਦੀ ਜਿਹੜਾ ਇਦਾਂ ਮਹਾਰਾਜ ਜੀ ਕੀ ਜਿਹੜੀ ਯਾਤਰਾਵਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਫਿਰਨਾ ਤੇ ਵੱਖ-ਵੱਖ ਸਥਾਨਾਂ ਤੇ ਚਰਨ ਪਾ ਕਰਕੇ ਸੰਗਤਾਂ ਦੇ ਉਧਾਰ ਕਰਨੇ, ਵੱਖ-ਵੱਖ ਸਥਾਨਾਂ ਤੇ ਟਿਕ ਕਰਕੇ ਦਰਸ਼ਨ ਦੇਣੇ, ਅਨੇਕਾਂ ਪ੍ਰਾਣੀਆਂ ਨੂੰ ਨਾਮ ਬਾਣੀ ਭਗਤੀ ਨਾਲ ਜੋੜਨਾ, ਇਹ ਗੁਰੂ ਪੰਥ ਦੀ ਲੰਮੀ ਕਥਾ ਹੈ। ਇਹ ਛੋਟੀ ਕਥਾ ਨਹੀਂ ਹੈ, ਭਾਵਾਂ ਕਿ ਉਹਨਾਂ ਨੇ ਬੜਾ ਜ਼ਿਕਰ ਕੀਤਾ ਹੈ ਸਾਰੇ ਹਵਾਲੇ ਵਿਸਤਾਰ ਸਹਿਤ ਇਸ ਗ੍ਰੰਥ ਵਿੱਚ ਦਰਜ ਕਰਨ ਦਾ, ਲੇਕਿਨ ਇਹ ਤੇ ਅਗਾਧ ਬੋਧ ਕਥਾ ਹੈ, ਵੱਡੀ ਕਥਾ ਹੈ। ਇਹਨੂੰ ਸਾਰੀ ਨੂੰ ਕਥਨ ਕਰਨਾ, ਲਿਖਣਾ, ਪੜ੍ਹਨਾ ਬਹੁਤ ਵੱਡੀ ਬਾਤ ਹੈ। ਇਨਸਾਨੀ ਮੱਤ ਦੀ ਇਹ ਪਕੜ ਨਹੀਂ ਹੈ ਵੀ ਅਸੀਂ ਸਾਰਾ ਕੁਝ ਮਹਾਰਾਜ ਜੀ ਕੇ ਜੀਵਨ ਦਾ ਸਾਰਾ ਘਟਨਾਕ੍ਰਮ, ਮਹਾਰਾਜ ਜੀ ਕੇ ਜੀਵਨ ਦੀ ਮੁਕੰਮਲ ਯਾਤਰਾ ਆਪਣੀ ਇਸ ਮੱਤ ਨਾਲ ਲਿਖ ਪੜ੍ਹ ਸਕੀਏ। ਇਸ ਲਈ ਉਹਨਾਂ ਨੇ ਇੱਥੇ ਮਹਾਰਾਜ ਜੀ ਤੋਂ ਖਿਮਾ ਯਾਚਨਾ ਵੀ ਮੰਗੀ ਹੈ ਤੇ ਨਾਲ ਸਾਨੂੰ ਇਹ ਵੀ ਕਹਿ ਵੀ ਹੁਣ ਕਿੱਥੋਂ ਤੱਕ ਅਸੀਂ ਮਹਾਰਾਜ ਜੀ ਕੀ ਇਹ ਪੰਥ ਦੀ ਜਿਹੜੀ ਕਥਾ ਹੈ ਵੀ ਇਹਨੂੰ ਵਿਸਤਾਰ ਸਹਿਤ ਲਿਖੀਏ, ਕਿਉਂਕਿ ਇਹ ਬਹੁਤ ਵੱਡੇ ਹਵਾਲੇ ਨੇ। ਸੋ ਇਸ ਵੇਦ ਉਹਨਾਂ ਨੇ ਕਿਹਾ ਕਹਿ ਲਗ ਕਹੂੰ ਪੰਥ ਕੀ ਕਥਾ। ਇਹ ਕਥਾ ਬਹੁਤ ਵੱਡੀ ਹੈ, ਕਿਉਂਕਿ ਜਦੋਂ ਪਟਨੇ ਵੱਲ ਗਏ ਸਨ ਤੇ ਕੋਈ ਅਨੇਕਾਂ ਅਸਥਾਨ ਐਸੇ ਨੇ ਜਿੱਥੇ ਮਹਾਰਾਜ ਜੀਆਂ ਨੇ ਬੈਠ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਾਮ ਬਾਣੀ ਨਾਲ ਜੋੜਿਆ, ਸੱਚ ਮੰਤਰ ਨਾਲ ਜੋੜਿਆ, ਅਨੇਕਾਂ ਦੇ ਉਧਾਰ ਕੀਤੇ। ਹੁਣ ਜੇ ਵਾਪਸ ਆ ਰਹੇ ਨੇ ਤੇ ਇਹ ਨਹੀਂ ਵੀ ਸਿੱਧਾ ਅਨੇਕਾਂ ਨਗਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਅਨੇਕਾਂ ਪਿਆਰ ਵਾਲੇ ਹਿਰਦਿਆਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਅਨੇਕਾਂ ਦੇ ਉਧਾਰ ਦੁੱਖ ਰੋਗ ਕੱਟਦੇ ਹੋਏ ਮਹਾਰਾਜ ਵਾਪਸ ਆਏ। ਸੋ ਇਸ ਵੇਲੇ ਜਿਹੜੀ ਕਥਾ ਹੈ ਇਹ ਬਹੁਤ ਵੱਡੀ ਹੈ, ਬੜੀ ਮਹਾਨ ਕਥਾ ਹੈ। ਭਾਵੇਂ ਕਿ ਭਾਈ ਸਾਹਿਬ ਜੀਆਂ ਨੇ ਜਿੰਨੀ ਇਹ ਕਥਾ ਲਿਖੀ ਹੈ ਨਾ, ਇਹ ਜਿੱਡਾ ਵੱਡਾ ਗ੍ਰੰਥ ਉਹਨਾਂ ਨੇ ਲਿਖਿਆ, ਜਦੋਂ ਭਾਈ ਵੀਰ ਸਿੰਘ ਜੀ ਹੋਰਾਂ ਨੇ ਇਹਦਾ ਉਤਾਰਾ ਕੀਤਾ 6000 ਪੰਨਿਆਂ ਦਾ ਇਹ ਗ੍ਰੰਥ ਬਣਿਆ ਸੀ। ਲੇਕਿਨ ਇਹ ਵੀ ਕਹਿ ਲਈਏ ਸੰਖੇਪ ਵਿੱਚ ਹੀ ਹੈ, ਇਸ ਤੋਂ ਵੀ ਅੱਗੇ ਦੇ ਹਵਾਲੇ ਮਹਾਰਾਜ ਜੀ ਕੇ ਜੀਵਨ ਦੀਆਂ ਘਟਨਾਵਾਂ ਇਤਿਹਾਸ ਵਿੱਚ ਨੇ। ਸੋ ਇਸ ਵੇਲੇ ਕਥਾ ਬਹੁਤ ਲੰਬੇਰੀ ਹੈ, ਲੇਕਿਨ ਇੱਕ ਯਤਨ ਕਰ ਰਹੇ ਹਨ ਜਿੱਥੋਂ ਤੱਕ ਬਿਆਨ ਹੋ ਸਕਿਆ। ਕਹਿਣ ਲੱਗੇ ਅਸੀਂ ਲਿਖਿਆ ਹੈ, ਉਹ ਉੱਥੇ ਹੀ ਅੱਗੇ ਕਹਿ ਰਹੇ ਹਨ ਬਹੁਤ ਵੱਡੀ ਕਥਾ ਹੈ ਜੀ। ਡੇਰਾ ਕਰ ਕਰ ਕੀਨਸ ਜਥਾ। ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਡੇਰਾ ਕੀਤਾ ਹੈ, ਕਿਉਂਕਿ ਅੱਜ ਤੇ ਇਤਿਹਾਸਕਾਰ ਇਸ ਗੱਲ ਨੂੰ ਵੀ ਮੰਨਦੇ ਨੇ ਵੀ ਅਜੇ ਤੱਕ ਇੰਨੇ ਸਦੀਆਂ ਬੀਤ ਜਾਣ ਤੋਂ ਬਾਅਦ ਪੂਰਨ ਖੋਜ ਨਹੀਂ ਹੋ ਸਕੀ ਵੀ ਜਿੱਥੇ ਜਿੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਸੀ ਤੇ ਜਿਨ੍ਹਾਂ ਲੋਕਾਂ ਨੂੰ ਉਧਾਰ ਕੀਤਾ, ਬਖਸ਼ਿਸ਼ਾਂ ਦਿੱਤੀਆਂ ਸਨ। ਸੋ ਇਹ ਬਹੁਤ ਲੰਬੇਰੀ ਕਥਾ ਹੈ। ਕਿੱਥੇ ਕਿੱਥੇ ਡੇਰਾ ਕੀਤਾ, ਜਿੰਨੇ ਕੁ ਹਵਾਲੇ ਮਿਲੇ ਇਹਨਾਂ ਨੇ ਆਪਣੀ ਰਚਨਾ ਇਸ ਗ੍ਰੰਥ ਗੁਰਪ੍ਰਤਾਪ ਸੂਰਜ ਵਿੱਚ ਲਿਖ ਦਿੱਤੇ ਹਨ। ਜੈ ਨਿਸ ਥਿਰੈ ਸਿਵਰ ਕੋ ਘਾਲੈ। ਜੈ ਨਿਸ, ਜਿੱਥੇ ਰਾਤ ਹੋ ਜਾਂਦੀ ਸੀ ਮਹਾਰਾਜ ਸਿੱਖਾਂ ਨੂੰ ਹੁਕਮ ਦੇ ਕਰਕੇ ਉੱਥੇ ਹੀ ਰੁਕਾਓ ਕਰ ਲੈਂਦੇ ਸਨ, ਟਿਕ ਜਾਂਦੇ ਸਨ, ਸ਼ਿਵਰ ਲਗਾ ਲੈਂਦੇ, ਉਸੇ ਨਗਰ ਵਿੱਚ ਰਾਤ ਰੁਕਣਾ, ਫਿਰ ਉਸੇ ਅਨੁਸਾਰ ਅੱਗੇ ਤੁਰ ਪੈਣਾ। ਇਸ ਵੇਦ ਮਹਾਰਾਜ ਸਫ਼ਰ ਕਰਦੇ ਵਾਪਸ ਪੰਜਾਬ ਦੇਸ਼ ਵੱਲ ਨੂੰ ਆ ਰਹੇ ਹਨ। ਸੁਣ ਸੁਣ ਸਿੱਖ ਸੰਗਤ ਤਤਕਾਲੈ। ਤੇ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਡੇਰਾ ਕਰਦੇ, ਜਿਸ ਨਗਰ ਵਿੱਚ ਵੀ ਰੁਕਦੇ, ਤੇ ਉੱਥੋਂ ਦੀ ਸਿੱਖ ਸੰਗਤ ਨੂੰ ਜਦੋਂ ਪਤਾ ਲੱਗਦਾ ਵੀ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ ਨਗਰ ਵਿੱਚ ਰੁਕੇ ਸਨ, ਬਸ ਫੇਰ ਕੀ ਹੁੰਦਾ, ਉਹ ਨਗਰ ਤੇ ਕੀ ਨਾਲ ਦਿਆਂ ਹੋਰ ਅਣਗਿਣਤ ਨਗਰਾਂ ਦੀਆਂ ਸੰਗਤਾਂ ਇਕੱਠੀਆਂ ਹੋ ਕਰਕੇ ਦਰਸ਼ਨ ਪਰਸਨ ਆ ਜਾਂਦੀਆਂ, ਦੀਵਾਨ ਸੱਜ ਜਾਂਦੇ, ਬੇਅੰਤ ਬਖਸ਼ਿਸ਼ਾਂ ਲੈਣ ਆ ਜਾਂਦੇ। ਇਸ ਵਿਧਨਾ ਮਹਾਰਾਜ ਜੀ ਕੇ ਰਸਤਿਆਂ ਦੇ ਜਿਹੜੇ ਪੜਾਅ ਬੜੇ ਲੰਬੇਰੇ ਹੋ ਜਾਂਦੇ ਸਨ। ਇੱਕ ਦਿਨ ਲਈ ਵੀ ਰੁਕਣਾ ਨਾ ਤੇ ਉੱਥੇ ਵੀ ਕਈ ਮਹੀਨੇ ਗੁਜ਼ਰ ਜਾਂਦੇ ਸਨ, ਕਿਉਂਕਿ ਸੰਗਤਾਂ ਦੇ ਭਾਰੀ ਇਕੱਠ ਹੋ ਜਾਂਦੇ ਸਨ। ਦਰਸ਼ਨ ਕਰਨ ਵਾਲੇ, ਬਖਸ਼ਿਸ਼ਾਂ ਲੈਣ ਵਾਲੇ ਅਨੇਕਾਂ ਪ੍ਰਾਣੀ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਆ ਜਾਂਦੇ ਸਨ।
ਸੋ ਫਿਰ ਮਹਾਰਾਜ ਜੀਆਂ ਨੂੰ ਸੰਗਤ ਦਾ ਪ੍ਰੇਮ ਵੇਖ ਕਰਕੇ ਰੁਕਣਾ ਪੈਂਦਾ ਸੀ। ਸੋ ਇਸ ਵਿਧਨਾ ਇਹ ਕਥਾ ਤੇ ਲੰਬੀ ਹੈ, ਲੇਕਿਨ ਜਿੱਥੇ ਵੀ ਗੁਰਦੇਵ ਰੁਕਦੇ ਰਹੇ, ਅਨੇਕਾਂ ਨਗਰਾਂ ਦੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਕਰਕੇ ਮਹਾਰਾਜ ਜੀ ਦਾ ਦਰਸ਼ਨ ਪਰਸਨ ਦੇ ਲਈ ਪਹੁੰਚ ਜਾਂਦੀਆਂ ਹਨ ਤੇ ਮਹਾਰਾਜ ਸਭ ਦਾ ਦੀਦਾਰ, ਮਹਾਰਾਜ ਸਭ ਦਾ ਉਧਾਰ ਕਰਦੇ ਹਨ। ਅਰਪ ਅਕੋਰਨ ਅਨੇਕ ਪ੍ਰਕਾਰਾ। ਤੇ ਇਸ ਵਿਧ ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਮਹਾਰਾਜ ਜਿੱਥੇ ਵੀ ਟਿਕੇ ਹਨ, ਸੰਗਤਾਂ ਨੇ ਵੱਲੋਂ ਜਿਹੜੀ ਭੇਟਾ, ਦਰਸ਼ਨੀ ਭੇਟਾ ਮਹਾਰਾਜ ਕੇ ਚਰਨਾਂ ਵਿੱਚ ਅਰਪਿਤ ਕੀਤੀ ਗਈ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਭੇਟਾਵਾਂ ਸਨ, ਭਾਵੇਂ ਉਹ ਧਨ ਸੀ, ਵਸਤਰ ਸੀ, ਅਨਾਜ ਸੀ, ਹੋਰ ਕੋਈ ਵੀ ਜਥਾ ਸ਼ਕਤ ਜੋ ਕਿਸੇ ਦੀ ਇੱਛਾ ਸੀ। ਇਉਂ ਕਹਿ ਲਈਏ ਕਿ ਬਹੁਤ ਭਾਰੀ ਭੇਟਾਵਾਂ ਜਿਹੜੀਆਂ ਮਹਾਰਾਜ ਜੀਆਂ ਨੂੰ ਰਾਸਤੇ ਦੇ ਵਿੱਚ ਸੰਗਤਾਂ ਨੇ ਭੇਟਾ ਕੀਤੀਆਂ ਹਨ। ਦਰਸ਼ਨ ਕਰੈ ਲਹੈ ਸੁਖ ਸਾਰਾ। ਤੇ ਸਭ ਤੋਂ ਵੱਡੀ ਬਖਸ਼ਿਸ਼, ਜਿੱਥੇ ਜਿੱਥੇ ਕੋਈ ਸਿੱਖ ਮਹਾਰਾਜ ਜੀ ਦਾ ਦਰਸ਼ਨ ਕਰ ਲੈਂਦਾ ਹੈ, ਅਗੰਮੀ ਸੁਖ ਨੂੰ ਪ੍ਰਾਪਤ ਹੁੰਦਾ ਸੀ। ਇਮਹੀ ਕਰਤ ਉਲੰਗ ਮਗ ਆਏ। ਇਸ ਵਿਧ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਇਹ ਸਾਰਾ ਰਸਤਾ ਲੰਘਦੇ ਹੋਏ ਵਾਪਸ ਪੰਜਾਬ ਦੇਸ਼ ਵੱਲ ਨੂੰ ਪਹੁੰਚ ਗਏ ਹਨ। ਜਮਨਾ ਕੋ ਅਗਰ ਸਿਧਾਏ। ਯਮੁਨਾ ਨੂੰ ਪਾਰ ਕੀਤਾ ਹੈ। ਦਿੱਲੀ ਤੋਂ ਪਾਰ ਦਾ ਇਲਾਕਾ, ਮੁੱਖ ਰਸਤਾ ਜਿਹੜਾ ਪੂਰਬ ਦੇਸ਼ ਵੱਲ ਨੂੰ ਜਿੱਧਰੋਂ ਮਹਾਰਾਜ ਗਏ ਸਨ, ਉਹ ਉਧਰੋਂ ਹੁਣ ਲੰਘਦੇ ਹੋਏ ਯਮੁਨਾ ਨੂੰ ਪਾਰ ਕਰਕੇ ਮਹਾਰਾਜ ਇੱਥੋਂ ਤੱਕ ਪਹੁੰਚਦੇ ਹਨ। ਸਿੱਖੀ ਵਿਸਤਾਰਤ ਜੈ ਕਹਾ। ਤੇ ਜਿੱਥੇ ਜਿੱਥੇ ਮਹਾਰਾਜ ਜੀਆਂ ਨੇ ਆਪਣੇ ਮੁਬਾਰਕ ਚਰਨ ਪਾਏ, ਸੰਗਤਾਂ ਨੂੰ ਦਰਸ਼ਨ ਬਖਸ਼ੇ, ਸਿੱਖੀ ਦਾ ਬਹੁਤ ਵਿਸਤਾਰ ਹੋਇਆ। ਇਸ ਵਿੱਚ ਜਿੱਥੇ ਵੀ ਮਹਾਰਾਜ ਗਏ ਸਨ ਨਾ, ਇਉਂ ਕਹਿ ਲਈਏ ਵੀ ਜਿੱਥੇ ਗੁਰੂ ਦਾ ਚਰਨ ਪਿਆ, ਅਨੇਕਾਂ ਹੀ ਸਿੱਖ ਇਕੱਤਰ ਹੋ ਗਏ। ਸਿੱਖੀ ਦਾ ਬਹੁਤ ਪ੍ਰਚਾਰ ਪ੍ਰਸਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਅੰਦਰ ਕੀਤਾ ਹੈ ਜੀ। ਸਤਨਾਮ ਉਪਦੇਸਤ ਮਹਾ। ਤੇ ਸਾਰੀ ਸੰਗਤ ਨੂੰ ਸਤਨਾਮ ਦਾ ਚੱਕਰ ਚਲਾਇਆ, ਸਤਨਾਮ ਦਾ ਉਪਦੇਸ਼ ਦਿੱਤਾ, ਸਤਨਾਮ ਦੇ ਨਾਲ ਜੋੜਿਆ, ਕਿਸੇ ਕਰਮਕਾਂਡ ਨਾਲ ਨਹੀਂ। ਜਿਹੜੀ ਬਖਸ਼ਿਸ਼ ਇਸ ਧਰਤੀ ਤੇ ਆ ਕੇ ਗੁਰੂ ਨਾਨਕ ਸਾਹਿਬ ਜੀਆਂ ਨੇ ਕੀਤੀ ਸੀ, ਬਾਬੇ ਤਾਰੇ ਚਾਰ ਚੱਕ, ਸੱਚ ਨਾਮ ਪੜ ਮੰਤਰ ਸੁਨਾਇਆ, ਉਹੀ ਸਤਨਾਮ ਦਾ ਚੱਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਤੀ ਤੇ ਆ ਕਰਕੇ ਵੱਖ-ਵੱਖ ਥਾਵਾਂ ਤੇ ਭਰਮਣ ਕਰਕੇ, ਯਾਰਤ ਕਰਕੇ ਸਾਰੀ ਸੰਗਤ ਨੂੰ ਦ੍ਰਿੜ ਕਰਵਾ ਰਹੇ ਹਨ। ਰੋਪੜ ਨਗਰ ਉਲੰਘਨ ਕਰਕੇ ਫਿਰ ਮਹਾਰਾਜ ਪੰਜਾਬ ਦੇਸ਼ ਵਿੱਚ ਪਹੁੰਚ ਜਾਂਦੇ ਹਨ। ਰੋਪੜ, ਇਹ ਜਿਹੜਾ ਆਨੰਦਪੁਰ ਦੇ ਪਾਸ ਦਾ ਸ਼ਹਿਰ ਹੈ, ਉਹ ਨਗਰ ਲੰਘ ਕਰਕੇ ਜੀ ਕੀਰਤਪੁਰ ਪਹੁੰਚੈ ਮਗ ਚਰਕੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਦੇ ਅੰਦਰ, ਕੀਰਤਪੁਰ ਜਿਹੜਾ ਨਗਰ ਹੈ, ਇਹ ਨਗਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਵੇਲੇ ਵਸਿਆ ਹੋਇਆ ਨਗਰ ਹੈ। ਇਸ ਸਥਾਨ ਤੇ ਮਹਾਰਾਜ ਜੀਆਂ ਨੇ ਲੰਬਾ ਸਮਾਂ ਆਪਣਾ ਵਾਸਾ ਰੱਖਿਆ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਬਣਨੋਂ ਉਪਰੰਤ ਇਸ ਸਥਾਨ ਤੇ ਆਏ ਸਨ। ਹੁਣ ਵਾਪਸ ਪੰਜਾਬ ਦੇਸ਼ ਜਿਸ ਵਕਤ ਪਹੁੰਚੇ ਹਨ, ਰੋਪੜ ਲੰਘ ਕਰਕੇ ਆਪਣੇ ਪਵਿੱਤਰ ਸਥਾਨ, ਕਿਉਂਕਿ ਇਹ ਉਹ ਸਥਾਨ ਹੈ ਜਿਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ, ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ, ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਨੇ ਬਖਸ਼ਿਸ਼ਾਂ ਵਰਤਾਈਆਂ। ਸੋ ਇਸ ਨਗਰ ਦੇ ਅੰਦਰ ਮਹਾਰਾਜ ਆਪਣੇ ਪਵਿੱਤਰ ਸਥਾਨ ਤੇ ਪਹੁੰਚੇ ਹਨ। ਕੇਤਿਕ ਸਿੱਖ ਹਰ ਸੰਗ ਫਕੀਰ। ਜਿਸ ਵਕਤ ਮਹਾਰਾਜ ਪੰਜਾਬ ਦੇਸ਼ ਆਏ, ਬਹੁਤ ਸਾਰੀ ਸਿੱਖ ਸੰਗਤ ਮਹਾਰਾਜ ਜੀ ਦੇ ਨਾਲ ਇੱਥੇ ਪਹੁੰਚੀ ਹੈ। ਮਹਾਰਾਜ ਕੇ ਦਰਸ਼ਨ ਕਰਨ ਦੇ ਲਈ ਬਹੁਤ ਸਾਰੇ ਸਿੱਖ ਸਨ ਤੇ ਬਹੁਤ ਸਾਰੇ ਅਨਮਤਾਂ ਦੇ ਸਿੱਧ ਜੋਗੀ ਲੋਕ, ਫਕੀਰ ਲੋਕ, ਸੰਤ ਲੋਕ, ਜਿਹੜੇ ਮਹਾਰਾਜ ਜੀ ਕੀ ਅਜ਼ਮਤ ਤੋਂ ਪ੍ਰਭਾਵਿਤ ਸਨ, ਜਿਨ੍ਹਾਂ ਨੂੰ ਪਤਾ ਸੀ ਵੀ ਗੁਰੂ ਨਾਨਕ ਦੇ ਘਰ ਕਿਹੜੀ ਕਲਾ ਵਰਤਦੀ ਹੈ, ਉਹ ਵੀ ਸਾਰੇ ਇਕੱਤਰ ਮਹਾਰਾਜ ਜੀ ਕੇ ਸੰਗ ਇੱਥੋਂ ਤੱਕ ਪਹੁੰਚੇ ਹਨ। ਦੇਖਨ ਕਰਿਓ ਦੇਸ ਗੁਰ ਧੀਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਨਾਲ ਆਏ, ਮਹਾਰਾਜ ਜੀ ਕੇ ਦੀਦਾਰ ਕੀਤੇ ਤੇ ਮਹਾਰਾਜ ਜੀ ਕੇ ਵਸਾਏ ਹੋਏ ਨਗਰਾਂ ਨੂੰ ਵੇਖਿਆ ਹੈ। ਕਿਉਂਕਿ ਦੂਰ ਦੇਸ਼ਾਂ ਤੋਂ ਵੀ ਫਕੀਰ ਲੋਕ ਮਹਾਰਾਜ ਜੀ ਕੇ ਨਾਲ ਚੱਲਦੇ ਸਨ। ਇਸ ਦੇਸ਼ ਦੇ ਵੀ ਫਕੀਰ ਸੰਤ ਲੋਕ, ਸਾਧੂ ਲੋਕ ਮਹਾਰਾਜ ਜੀ ਕੇ ਨਾਲ ਹੁੰਦੇ ਸਨ। ਸੋ ਜਿਨ੍ਹਾਂ ਨੂੰ ਮਹਾਰਾਜ ਜੀ ਕੀ ਅਗੰਮੀ ਕਲਾ ਦਾ ਪਤਾ ਸੀ, ਉਹ ਵੀ ਨਾਲ ਆਏ। ਆ ਕਰਕੇ ਮਹਾਰਾਜ ਜੀ ਦਾ ਦੀਦਾਰ ਪਾਇਆ। ਮਹਾਰਾਜ ਜੀ ਕੇ ਉਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ ਜੋ ਪਹਿਲੇ ਵੱਡੇ ਗੁਰੂ ਸਾਹਿਬਾਨਾਂ ਨੇ ਆਪਣੇ ਵੇਲੇ ਦੇ ਵਿੱਚ ਆਬਾਦ ਕੀਤੇ ਸਨ, ਵਸਾਏ ਸਨ, ਜਿੱਥੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਸਨ। ਸੋ ਇਸ ਵਿਧ ਹੁਣ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਪੂਰਬ ਦੇਸ਼ ਦੀ ਪ੍ਰਚਾਰ ਫੇਰੀ ਨੂੰ ਸਮਾਪਤ ਕਰਕੇ ਅੱਜ ਵਾਪਸ ਰੋਪੜ ਹੁੰਦੇ ਹੋਏ ਕੀਰਤਪੁਰ ਦੀ ਧਰਤੀ ਤੇ ਆਪਣੇ ਪਵਿੱਤਰ ਸਥਾਨ ਤੇ ਪਹੁੰਚ ਗਏ ਹਨ। ਬੇਅੰਤ ਸੰਗਤਾਂ ਮਹਾਰਾਜ ਦਾ ਦਰਸ਼ਨ ਪਾਉਣ ਦੇ ਲਈ ਆਈਆਂ ਹਨ। ਬੇਅੰਤ ਅਨਮਤਾਂ ਦੇ ਸਾਧੂ ਫਕੀਰ ਲੋਕ ਵੀ ਮਹਾਰਾਜ ਜੀ ਦੇ ਨਾਲ ਆਏ ਹਨ।
ਸੋ ਜਿਸ ਵਿਧ ਮਹਾਰਾਜ ਇਸ ਸਥਾਨ ਤੇ ਹੁਣ ਕਿਰਪਾ ਕਰ ਰਹੇ ਹਨ, ਉਹ ਅੱਗੇ ਇਤਿਹਾਸ ਦਾ ਇੱਕ ਲੰਬਾ ਤੇ ਵਡੇਰਾ ਵਿਖਿਆਨ ਹੈ। ਸੋ ਯਤਨ ਕਰਾਂਗੇ ਇਸੇ ਤਰ੍ਹਾਂ ਹੀ ਆਉਣ ਵਾਲੇ ਦੀਵਾਨਾਂ ਵਿੱਚ ਸਾਰੀ ਵਿਥਿਆ ਆਪ ਸੰਗਤਾਂ ਦੇ ਨਾਲ ਵਿਸਤਾਰ ਸਹਿਤ ਸਾਂਝੀਆਂ ਕਰਨ ਦਾ ਜੀ। ਅੱਜ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਸਮਾਂ ਹੋ ਚੁੱਕਾ ਹੈ। ਹੁਣ ਆਪਾਂ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਨੇ ਨੇ। ਗੁਰੂ ਇਤਿਹਾਸ ਨੂੰ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਨੇ। ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਬਖਸ਼ ਲੈਣਾ ਜੀ। ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਕੀਰਤਿਕ ਸਿੱਖ ਅਰ ਸੰਗ ਫਕੀਰ, ਦੇਖਨ ਕਰਿਓ ਦੇਸ਼ ਸੁਰਤੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।